स्वागत। ਜਿਹੜੇ ਘਰਾਂ ਵਿੱਚ ਹੁੰਦਾ ਏ ਸਤਿਕਾਰ ਬਜ਼ੁਰਗਾਂ ਦਾ, ਉੱਥੇ ਡੁੱਲ ਡੁੱਲ ਪੈਂਦਾ ਏ ਪਿਆਰ ਬਜ਼ੁਰਗਾਂ ਦਾ। ਕੰਕਰੀਟ ਦੇ ਹੋਣ ਮਕਾਨ, ਪਿਆਰ ਦੇ ਬਾਜੋ ਤਾਂ ਪਿਆਰ ਨਾਲ ਸਦਾ ਚੱਲਦਾ ਏ ਸੰਸਾਰ ਬਜ਼ੁਰਗਾਂ ਦਾ। ਡੀਡੀ ਪੰਜਾਬੀ ਦੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਨੀਤੂ ਤੇ ਮੈਂ ਹਾਂ ਜੀ ਮਲਕੀਤ ਸਿੰਘ। ਜ਼ਿੰਦਗੀ 3 ਪੜਾਵਾਂ ਦੇ ਵਿੱਚੋਂ ਹੋ ਕੇ ਨਿਕਲਦੀ ਹੈ, ਬਚਪਨ, ਜਵਾਨੀ ਤੇ ਬੁਢਾਪਾ। ਬਚਪਨ ਦੇ ਵਿੱਚ ਹੱਸਦਾ, ਨੱਚਦਾ, ਟੱਪਦਾ। ਜਵਾਨੀ ਦੇ ਵਿੱਚ ਅੱਡੀਆਂ ਚੁੱਕ ਚੁੱਕ ਕੇ ਤੁਰਦਾ ਤੇ ਬੁਢਾਪੇ ਤੱਕ ਆਉਂਦਿਆਂ ਬੜੇ ਤਜਰਬੇ, ਬੜੇ ਪੜਾਵਾਂ ਦੇ ਵਿੱਚੋਂ ਲੰਘ ਕੇ ਬਜ਼ੁਰਗ ਹੁੰਦਾ ਹੈ। ਇਸੇ ਕਰਕੇ ਅਸੀਂ ਉਹਨਾਂ ਨੂੰ ਬਜ਼ੁਰਗ ਆਖਦੇ ਹਾਂ। ਬਿਲਕੁਲ ਜੀ। ਔਰ ਮਲਕੀਤ ਕਹਿੰਦੇ ਨੇ ਕਿ ਬਜ਼ੁਰਗ ਜਿਹੜੇ ਨੇ ਨਾ, ਉਹ ਸਾਡੇ ਘਰ ਦਾ ਪਿੱਪਲ ਹੁੰਦੇ ਨੇ, ਸਾਡੇ ਘਰ ਦਾ ਬੋੜ ਹੁੰਦੇ ਨੇ, ਸਾਡੇ ਘਰ ਦੀ ਨਿੰਮ ਹੁੰਦੇ ਨੇ। ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਤਜਰਬੇ ਹੁੰਦੇ ਨੇ ਨਾ, ਉਹਨਾਂ ਦੇ ਵਿੱਚੋਂ ਨਿਕਲੇ ਹੁੰਦੇ ਨੇ ਕਿ ਜੇ ਕੁਝ ਸਿੱਖਣਾ ਹੋਵੇ ਨਾ, ਕੁਝ ਸਮਝਣਾ ਹੋਵੇ ਤਾਂ ਉਹਨਾਂ ਤੋਂ ਅਸੀਂ ਤਜਰਬਾ ਲੈ ਕੇ ਕਿਸੇ ਵੀ ਚੀਜ਼ ਨੂੰ ਸਰ ਕਰ ਸਕਦੇ ਹਾਂ, ਕਿਸੇ ਵੀ ਮੰਜ਼ਿਲ ਨੂੰ ਸਰ ਕਰ ਸਕਦੇ ਹਾਂ, ਕਿਸੇ ਵੀ ਜਿਹੜੀ ਚੀਜ਼ ਹੈ ਉਸ ਤੋਂ ਅਸੀਂ ਜਿੱਤ ਸਕਦੇ ਹਾਂ। ਇਸੇ ਲਈ ਕਹਿੰਦੇ ਨੇ ਕਿ ਬਜ਼ੁਰਗਾਂ ਦਾ ਸਤਿਕਾਰ ਕਰੋ, ਸਨਮਾਨ ਕਰੋ ਔਰ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਕਰੋ। ਕਿਉਂਕਿ ਨੀਤੂ ਜੀ, ਬਜ਼ੁਰਗ ਦਾ ਆਖਰੀ ਅਰਥ ਹੀ ਵੱਡਾ ਹੁੰਦਾ ਹੈ। ਸੋ ਵੱਡਿਆਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਤਿਕਾਰ ਲਾਲਚ ਵਾਸਤੇ ਨਾ ਹੋਵੇ, ਸਤਿਕਾਰ ਮਤਲਬ ਵਾਸਤੇ ਨਾ ਹੋਵੇ, ਸਤਿਕਾਰ ਲੋਕ ਵਿਖਾਵੇ ਵਾਸਤੇ ਨਾ ਹੋਵੇ। ਸਤਿਕਾਰ ਉਹ ਜੋ ਦਿਲੋਂ ਕੀਤਾ ਜਾਵੇ, ਸਤਿਕਾਰ ਉਹ ਜਿਸ ਵਿੱਚ ਬਜ਼ੁਰਗਾਂ ਦੀਆਂ ਦੁਆਵਾਂ ਹੋਣ। ਬਿਲਕੁਲ ਜੀ। ਔਰ ਇਸੇ ਵਾਸਤੇ ਅੱਜ ਵੀ ਸਾਡੇ ਪ੍ਰੋਗਰਾਮ ਜਿਹੜਾ ਸੀ, ਇਸ ਬਜ਼ੁਰਗਾਂ ਦਾ ਸਨਮਾਨ, ਸਤਿਕਾਰ ਦੇ ਬਾਰੇ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਇਸ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ, ਉਸ ਵਾਸਤੇ ਸਾਡੇ ਜਿਹੜੇ ਮਾਹਿਰ ਮਹਿਮਾਨ ਨੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਜੀ। ਸਾਡੇ ਅੱਜ ਦੇ ਮਾਹਿਰ ਮਹਿਮਾਨ ਨੇ ਮੋਹਨ ਸ਼ਰਮਾ ਜੀ, ਜੋ ਪ੍ਰਧਾਨ ਨੇ ਸ਼ਿਵ ਸ਼ੰਕਰ ਬਿਰਧ ਆਸ਼ਰਮ ਸੰਗਰੂਰ ਦੇ, ਡਾਇਰੈਕਟਰ ਨੇ ਨਸ਼ਾ ਛੁਡਾਓ ਕੇਂਦਰ ਸੰਗਰੂਰ ਦੇ। 18 ਸਾਹਿਤਕ ਪੁਸਤਕਾਂ ਇਹਨਾਂ ਦੀਆਂ ਹੁਣ ਤੱਕ ਆ ਚੁੱਕੀਆਂ ਨੇ। ਪੰਜਾਬ ਸਰਕਾਰ ਵੱਲੋਂ 2 ਵਾਰ ਇਹਨਾਂ ਨੂੰ ਸਟੇਟ ਅਵਾਰਡ ਵੀ ਮਿਲ ਚੁੱਕੇ ਨੇ ਔਰ ਵੱਖ-ਵੱਖ ਸਮੇਂ ਤੇ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਇਹਨਾਂ ਦੇ ਛਪਦੇ ਰਹਿੰਦੇ ਨੇ। ਸੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਸਵਾਗਤ ਸ਼ਰਮਾ ਸਾਹਿਬ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਦੇ ਵਾਸਤੇ। ਪਹਿਲਾਂ ਤੇ ਇਹੀ ਪੁੱਛਾਂਗੇ ਕਿ ਸਾਡਾ ਸਮਾਜ ਜਿਹੜਾ ਹੈ ਨਾ, ਉਹ ਕਿਹਨੂੰ ਬਜ਼ੁਰਗ ਮੰਨਦਾ ਤੇ ਕਿਹੋ ਜਿਹੀ ਸਥਿਤੀ ਹੈ ਸਾਡੇ ਅੱਜ ਦੇ ਇਸ ਸਮਾਜ ਦੇ ਵਿੱਚ ਬਜ਼ੁਰਗਾਂ ਦੀ? ਜਦੋਂ ਤੁਸੀਂ ਬਜ਼ੁਰਗਾਂ ਦੀ ਗੱਲ ਕਰਦੇ ਹੋ ਨਾ ਨੀਤੂ ਜੀ, ਮੈਂ ਇੱਕ ਗੱਲ ਕਹਾਂਗਾ ਵੀ ਅਸੀਂ ਦਰਅਸਲ ਉਮਰਾਂ ਦੇ ਬੀਤਣ ਨਾਲ ਬੁੱਢੇ ਨਹੀਂ ਹੁੰਦੇ ਜੀ। ਬੁੱਢੇ ਅਸੀਂ ਉਦੋਂ ਹੁੰਨੇ ਆ ਜਦੋਂ ਨੈਤਿਕ ਕਦਰਾਂ ਕੀਮਤਾਂ ਤੋਂ ਕਿਨਾਰਾ ਕਸ਼ੀ ਕਰ ਲੈਂਦੇ। ਜੇ ਉਂਝ ਅਸੀਂ ਕਰਦੇ ਆ ਨਾ ਵੀ ਕਿਹੜਾ ਬਚਪਨ ਕਿਹੜਾ ਬੁਢਾਪਾ, ਜੇ ਬਚਪਨ ਦੀ ਗੱਲ ਕਰਦਾ ਤਾਂ ਦਰਸ਼ਨ ਸਿੰਘ ਵਾਰਾ ਨੇ ਲਿਖਿਆ ਕਿ ਮੈਂ ਜ਼ਿੰਦਗੀ ਉਸ ਤੋਂ ਵਾਰਦੇ ਆ ਜੋ ਬਚਪਨ ਮੇਰਾ ਮੋੜ ਦੇ। ਤੇ ਜਦੋਂ ਜਵਾਨੀ ਦੀ ਗੱਲ ਕੀਤੀ, ਮਲਕੀਤ ਜੀ ਕਰ ਰਹੇ ਸਨ, ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਆਈ ਜਵਾਨੀ ਚੱਲ ਮਸਤਾਨੀ, ਨਹੀਂ ਲੁਕਾਇਆ ਲੁਕਦੀ, ਗਿੱਠ ਗਿੱਠ ਪੈਰ ਜਿਮੀ ਤੋਂ ਉੱਚੇ ਮੋਢਿਆਂ ਉੱਤੋਂ ਥੁੱਕਦੀ। ਤੇ ਨਾਲ ਜਦੋਂ ਬੁਢਾਪਾ ਹੈ ਨਾ, ਬੁਢਾਪੇ ਬਾਰੇ ਇਹ ਕਿਹਾ ਗਿਆ ਕਿ ਜਦੋਂ ਇਹ ਆ ਗਿਆ, ਇੱਕ ਵਾਰ ਆ ਗਿਆ ਤਾਂ ਮੁੜ ਕੇ ਨਹੀਂ ਆਉਂਦਾ। ਤੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਨਾ, ਜਿਹੜੇ ਨੈਤਿਕ ਕਦਰਾਂ ਕੀਮਤਾਂ ਤੇ ਡਟ ਕੇ ਪੈਰਾ ਦਿੰਦੇ ਨੇ ਨਾ, ਉਹ ਆਪਣੇ ਆਪ ਨੂੰ ਬੁੱਢਾ ਸਮਝਦੇ ਵੀ ਨਹੀਂ। ਤੁਸੀਂ ਜਦੋਂ ਕਹੇ ਵੀ ਬੁੱਢਾ ਸਮਝਦੇ ਕਿ ਨਹੀਂ ਹੋ, ਬਜ਼ੁਰਗ ਅਸੀਂ ਕਹਿੰਦੇ ਕਿ ਨਹੀਂ ਹੋ, ਉਂਝ ਜਾਏਗਾ। ਕਈ ਬਜ਼ੁਰਗ ਸਾਨੂੰ ਇਹੋ ਜਿਹੇ ਮਿਲਣਗੇ ਵੀ ਜੇ ਉਮਰ ਤਾਂ ਹੈ 50 ਸਾਲ ਦੀ ਤੇ ਉਹਨੂੰ ਪੁੱਛੋ ਵੀ ਬਜ਼ੁਰਗੋ ਕਿੰਨੀ ਉਮਰ ਹੈ ਤੁਹਾਡੀ? 50 ਸਾਲ ਦੇ ਨੂੰ ਬਜ਼ੁਰਗ ਨਹੀਂ ਕਹਾਂਗੇ, ਕਿੰਨੀ ਕੁ ਉਮਰ ਹੈ ਤੁਹਾਡੀ? ਤੇ ਉਹ ਕਹਿ ਦਿੰਦਾ ਜੀ ਮੇਰੀਆਂ ਤਾਂ ਕਬਰਾਂ 'ਚ ਲੱਤਾਂ ਨੇ। ਦੂਜੇ ਇਸ ਤਰੀਕੇ ਦੇ ਨੇ 70-75 ਵਰਿਆਂ ਦਾ, ਤੇ ਉਹਨੂੰ ਪੁੱਛੋ ਕਿੰਨੀ ਉਮਰ ਹੈ ਤੁਹਾਨੂੰ, ਉਹ ਬੜੇ ਮਾਣ ਨਾਲ ਕਹਿੰਦਾ ਕਿ ਮੈਂ 75 ਵਰਿਆਂ ਦਾ ਜਵਾਨ ਹਾਂ। ਯਾਨੀ ਇਹ ਹੈ 2 ਤਰ੍ਹਾਂ ਦੇ ਬਜ਼ੁਰਗ ਜਿਹੜੇ ਸੰਪਰਕ ਸਾਡੇ ਆ ਰਹੇ ਨੇ ਨਾ। ਇੱਕ ਤੇ ਉਹ ਬਜ਼ੁਰਗ ਨੇਗੇ ਜਿਹੜੇ ਬਜ਼ੁਰਗਾਂ ਦੇ ਹੱਥਾਂ 'ਚ ਜੇ ਅਸੀਂ ਬੰਸਰੀ ਵੀ ਫੜਾਤੀ ਨਾ ਤਾਂ ਇੰਜ ਲੱਗਦਾ ਜਿਵੇਂ ਪਿਸਤੌਲ ਫੜਿਆ ਹੁੰਦਾ। ਤੇ ਉਹਨਾਂ ਦੀਆਂ ਤਿਉੜੀਆਂ ਨੇ ਜਿਹੜੀਆਂ ਮੱਥੇ ਦੀਆਂ, ਉਹਨਾਂ 'ਚੋਂ ਸੇਕ ਆਉਂਦਾ। ਇੱਕ ਤਾਂ ਉਹ ਨੇ, ਦੂਸਰੇ ਉਹ ਨੇਗੇ ਵੀ ਜਿਨ੍ਹਾਂ ਦੇ ਹੱਥਾਂ 'ਚ ਫੜਾ ਤਾਂ ਦਈਏ ਪਿਸਤੌਲ, ਲੱਗੇ ਇੰਜ ਜਿਵੇਂ ਬੰਸਰੀ ਫੜੀ ਹੁੰਦੀ ਹੈ। ਤੇ ਇਹੋ ਜਿਹੇ ਬਜ਼ੁਰਗ ਨੇ ਜਿਹੜੇ, ਇਹਨਾਂ ਦੇ ਬਾਰੇ ਕਿਹਾ ਗਿਆ ਕਿ ਉनको रुखसत तो किया मालूम ना था लेकिन, उनको रुखसत तो किया मालूम ना था लेकिन, सारा घर ले गया घर छोड़ के जाने वाला। वाह जी, क्या बात है। दरअसल बुजुर्ग वो नेगे उंज मेरिया नज़रां 'ਚ मैं कहांगा भी 60 साल ਦੀ ਉਮਰ ਹੈ ਨਾ ਜਿਹੜੀ, 60 ਵਰਿਆਂ ਦੀ ਉਮਰ, 60 ਵਰਿਆਂ ਦੀ ਉਮਰ ਜਿਹੜੀ ਹੈ ਇਹ ਬੁਢਾਪੇ ਦਾ ਬਚਪਨ ਹੈ। ਤੇ 70 ਵਰਿਆਂ ਦੀ ਉਮਰ ਹੈ ਜਿਹੜੀ, ਇਹ ਬੁਢਾਪੇ ਦੀ ਜਵਾਨੀ ਹੈ। 80 ਵਰਿਆਂ ਦੀ ਉਮਰ 'ਚ ਜਾ ਕੇ ਬੁਢਾਪਾ ਦਸਤਕ ਦਿੰਦਾ ਮੇਰੀਆਂ ਨਜ਼ਰਾਂ 'ਚ। ਇਹ ਹੈ ਨੀਤੂ ਜੀ
ਵਾਹ ਜੀ ਵਾਹ, ਬਹੁਤ ਵਧੀਆ explain ਕੀਤਾ। ਵੈਸੇ ਵੀ ਗੁਰਬਾਣੀ ਅੰਦਰ ਫਰਮਾਨ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਅਸੀਂ ਗੱਲ ਕਰਦੇ ਹਾਂ ਪੁਰਾਣੇ ਸਮੇਂ ਦੀ। ਜਦੋਂ ਪੁਰਾਣੇ ਸਮੇਂ ਦੇ ਵਿੱਚ ਅਸੀਂ ਝਾਤੀ ਮਾਰਦੇ ਹਾਂ ਤੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੁੰਦਾ ਸੀ, ਮਾਣ ਕਰਦੇ ਸੀ ਲੋਕ। ਬਜ਼ੁਰਗਾਂ ਦੇ ਨਾਲ ਨਾਂ ਦੇ ਨਾਲ ਪਰਿਵਾਰ ਦੀ ਪਛਾਣ ਹੁੰਦੀ ਸੀ, ਹਰ ਕੋਈ ਬਜ਼ੁਰਗਾਂ ਤੋਂ ਡਰਦਾ ਹੁੰਦਾ ਸੀ। ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਅੱਜ ਸਾਨੂੰ ਇਸ ਵਿਸ਼ੇ ਤੇ ਗੱਲਬਾਤ ਕਰਨ ਦੀ ਜ਼ਰੂਰਤ ਕਿਉਂ ਪਈ? ਮਲਕੀਤ ਜੀ, ਤੁਹਾਡਾ ਜਿਹੜਾ ਪ੍ਰਸ਼ਨ ਹੈ ਬੜਾ ਗੰਭੀਰ ਹੈ ਜੀ, ਚਿੰਤਨ ਕਰਨ ਵਾਲਾ ਹੈ, ਚਿੰਤਾ ਵਾਲਾ ਵੀ ਹੈ ਜੀ। ਦਰਅਸਲ ਇਹ ਹੈ, ਜੇ ਮੈਂ ਜਦੋਂ ਇਹ ਗੱਲ ਕਹਾਂਗਾ ਵੀ ਰਿਸ਼ਤੇ ਨੇ ਜਿਹੜੇ ਤਿੜਕੇ ਹੋਏ ਨੇ ਤੁਹਾਡੇ ਸ਼ਬਦਾਂ ਦੇ ਵਿੱਚ ਵੀ, ਉਂਝ ਵੀ ਅਸੀਂ ਵੇਖਦੇ ਹਾਂ ਸਮਾਜ ਦੇ ਵਿੱਚ ਜੀ, ਵੀ ਕਿਸੇ ਬਜ਼ੁਰਗ ਦੀ ਹੂਕ ਕਿ ਦੋ ਪੁੱਤਾਂ ਦੀਆਂ ਕੋਠੀਆਂ, ਜੀ, ਦੋ ਪੁੱਤਾਂ ਦੀਆਂ ਕੋਠੀਆਂ ਪਰ ਅੰਦਰ ਇੱਕ ਹੂਕ। ਮਾਂ ਪੁੱਤਾਂ ਨੂੰ ਪੁੱਛਦੀ ਕਿੱਥੇ ਰੱਖਾਂ ਸੰਦੂਕ। ਕੀ ਬਾਤ ਹੈ। ਕੋਠੀਆਂ ਨੇ ਦੋ ਤੇ ਮਾਂ ਦੇ ਵਾਸਤੇ ਸੰਦੂਕ ਰੱਖਣ ਵਾਸਤੇ ਥਾਂ ਨਹੀਂ ਹੈ। ਜਾਂ ਇੰਜ ਕਹੀਏ ਆਪਾਂ ਕੀ ਬਾਤ ਕਿ ਵਿਹੜੇ ਵਿੱਚ ਬੂਟਾ ਬਾਥੂ ਦਾ, ਵਿਹੜੇ ਵਿੱਚ ਬੂਟਾ ਬਾਥੂ ਦਾ, ਡਿਊਟੀ ਵਿੱਚ ਮੰਜਾ ਬਾਪੂ ਦਾ, ਡਿਊਟੀ ਵਿੱਚ ਮੰਜਾ ਬਾਪੂ ਦਾ। ਜਿਹਨੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ, ਜਦੋਂ ਦੁਰਗਤੀ ਵਾਲੀ ਗੱਲ ਕਰਦੇ ਹਾਂ, ਅਸੀਂ ਮਕਾਨ, ਇੱਕ ਮਕਾਨ ਹੈ, ਇੱਕ ਘਰ ਹੈ ਜੀ। ਅਸੀਂ ਮਕਾਨ ਨੂੰ ਘਰ ਕਹਿ ਦਿੰਦੇ ਹਾਂ, ਘਰ ਨੂੰ ਮਕਾਨ ਕਹਿ ਦਿੰਦੇ ਹਾਂ। ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ। ਜੇ ਅਸੀਂ ਮਕਾਨ ਬਣਾਇਆ, ਮਾਰਬਲ ਲਾਇਆ, ਬੜੇ ਵਧੀਆ ਕਮਰੇ ਅੰਦਰ ਨੇ, ਕੀਮਤੀ ਸਮਾਨ ਹੈ ਜੀ, ਪਰ ਉਸ ਮਕਾਨ ਦੇ ਵਿੱਚ, ਉਸ ਜਗ੍ਹਾ ਦੇ ਵਿੱਚੋਂ ਮੋਹ, ਸਤਿਕਾਰ, ਅਪਣੱਤ ਅਲੋਪ ਹੈ। ਇੱਕ ਦੂਜੇ ਪ੍ਰਤੀ ਸੰਜੀਦਗੀ ਨਾਲ ਗੱਲ ਹੀ ਨਹੀਂ ਕਰਦੇ, ਜਜ਼ਬਾਤਾਂ ਦੀ ਕੋਈ ਕਦਰ ਨਹੀਂ ਕਰਦੇ। ਉਹਨੂੰ ਅਸੀਂ ਭੂਤਵਾੜਾ ਕਹਾਂਗੇ, ਉਹਨੂੰ ਅਸੀਂ ਮਕਾਨ ਕਹਾਂਗੇ। ਇੱਕ ਦੋ ਲਾਈਨਾਂ ਮੈਨੂੰ ਯਾਦ ਆ ਰਹੀਆਂ ਨੇ। ਕਹਿੰਦੇ ਨੇ ਕਿ ਢਲ ਗਈ ਜਵਾਨੀ ਤੇ ਬੁਢਾਪਾ ਆ ਗਿਆ, ਜੋਬਨ ਹੱਥਾਂ 'ਚੋਂ ਕੰਨੀ ਖਸਕਾ ਗਿਆ, ਛੱਡ ਗਏ ਨੇ ਸਾਥੀ ਕਰਮਾਂ ਦੇ ਮਾਰੇ ਨੂੰ, ਕੋਈ ਨਾ ਪਛਾਣੇ ਬੁੱਢੜੇ ਵਿਚਾਰੇ ਨੂੰ। ਬਲਕਿ ਜੀ, ਤੁਹਾਡੀ ਗੱਲ ਨੂੰ ਮੈਂ ਅੱਗੇ ਉਹ ਕਰ ਰਿਹਾ ਜੀ। ਦੂਜੇ ਬੰਨੇ ਇਸ ਤਰੀਕੇ ਦਾ ਵੀ ਚਾਹੇ ਉਹ ਕੁੱਲੀ ਹੈ ਪਰ ਉਹਦੇ ਵਿੱਚੋਂ ਮੋਹ ਡੁੱਲ ਪੈਂਦਾ ਹੈ ਜੀ, ਅਪਣੱਤ ਡੁੱਲ ਪੈਂਦਾ ਹੈ, ਸਤਿਕਾਰ ਡੁੱਲ ਪੈਂਦਾ ਤੇ ਬਜ਼ੁਰਗਾਂ ਦਾ ਸਤਿਕਾਰ ਹੋ ਰਿਹਾ ਹੈ ਜੀ। ਉਸ ਨੂੰ ਅਸੀਂ ਅਸਲੀ ਸ਼ਬਦਾਂ ਵਿੱਚ ਘਰ ਕਹਾਂਗੇ। ਜਦੋਂ ਤੁਸੀਂ ਦੁਰਗਤੀ ਵਾਲੀ ਗੱਲ ਕਰੀਏ ਨਾ, ਮੈਂ ਪਿੱਛੇ ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇੱਕ ਸਰਵੇਖਣ ਕੀਤਾ ਸੀ ਚੰਡੀਗੜ੍ਹ ਦਾ, ਚੰਡੀਗੜ੍ਹ ਦੇ ਬਜ਼ੁਰਗਾਂ ਦਾ। ਹੁਣ ਜਿਹੜਾ ਚੰਡੀਗੜ੍ਹ ਦਾ ਸਰਵੇਖਣ ਹੈ, ਉੱਥੋਂ ਬਜ਼ੁਰਗਾਂ ਦਾ, ਪੰਜਾਬ ਦਾ ਵੀ, ਸਮੁੱਚੇ ਦੇਸ਼ ਦਾ ਸਾਡੇ ਸਾਹਮਣੇ ਆਉਂਦਾ ਜੀ। 25.41% ਬਜ਼ੁਰਗ ਜਿਹੜੇ ਸਰਵੇਖਣ ਕੀਤਾ ਗਿਆ ਜੀ, ਉਹਦੇ ਵਿੱਚ 25.41% ਇਸ ਤਰੀਕੇ ਦੇ ਸੀ ਜਿਹੜੇ ਬਜ਼ੁਰਗ ਬੇਬਸੀ ਦੀ ਹਾਲਤ ਬਤੀਤ ਕਰ ਰਹੇ ਸੀ, ਪਰ ਉਹ ਬੋਲ ਨਹੀਂ ਸੀ ਰਹੇ ਜੀ। ਇਸ ਤਰੀਕੇ ਨਾਲ ਨਹੀਂ ਸੀ ਬੋਲ ਰਹੇ ਕਿ ਘਰ ਦੀ ਬੰਦ ਮੁੱਠੀ ਨੂੰ ਖੋਲਿਆ ਵੀ ਤਾਂ ਨਹੀਂ ਜਾਂਦਾ, ਘਰ ਦੀ ਬੰਦ ਮੁੱਠੀ ਨੂੰ ਖੋਲਿਆ ਵੀ ਤਾਂ ਨਹੀਂ ਜਾਂਦਾ, ਪਹਿਲਾਂ ਰਿਸ਼ਤੇ ਹੋਏ ਜ਼ਖਮਾਂ ਨੂੰ ਇੰਜ ਕੌਣ ਬਖਾਉਂਦਾ। ਵਾਹ ਜੀ ਵਾਹ, ਬਹੁਤ ਖੂਬ। ਉਹਨਾਂ ਦੀ ਚਿਹਰੇ ਦੇ ਉੱਤੇ ਬੇਵਸੀ ਹੈ ਪਰ ਅੰਦਰ ਹੂਕ ਹੈ। 25.41% ਤਾਂ ਇਸ ਤਰੀਕੇ ਦੇ ਸੀ ਜੀ। 17% ਸੀ ਜਿਹੜੇ ਓਪਨਲੀ ਬੋਲੇ ਕਿ ਸਾਨੂੰ ਘਰ 'ਚ ਡੇਲਿਆਂ ਬੱਟੇ ਨਹੀਂ ਸਿਆਣਿਆ ਜਾਂਦਾ, ਸਾਡੀ ਕੋਈ ਪੁੱਛ ਨਹੀਂ ਹੈ, ਇਹ ਜੋ ਪੁੱਤ ਕਰ ਰਿਹਾ ਹੈ ਆਪਣੀ ਮਰਜ਼ੀ ਨਾਲ ਕਰ ਰਿਹਾ, ਸਾਡੀ ਕੋਈ ਰਹਿ ਮਸੂਰਾ ਨਹੀਂ ਜੀ। ਤੇ 33% ਬੜੀ ਗੰਭੀਰ ਹੋ ਕੇ ਚਿੰਤਾ ਵਾਲੀ ਗੱਲ ਹੈ ਜੀ ਵੀ 33% ਇਹੋ ਜਿਹੇ ਸੀ ਬਜ਼ੁਰਗ ਜੀ ਜਿਹੜੇ ਇਹ ਕਹਿੰਦੇ ਸੀ ਵੀ ਸਾਨੂੰ ਪੁੱਤ ਰੋਟੀ ਤਾਂ ਦੇ ਰਹੇ ਨੇ ਪਰ ਰੋਟੀ ਦੇ ਬਦਲੇ ਇਹਨਾਂ ਦੇ ਜਵਾਕਾਂ ਨੂੰ ਖਿਡਾਉਣੇ ਅਸੀਂ ਜੀ। ਅਸੀਂ ਮੁੰਡੂ ਬਣੇ ਹੋਏ ਆ, ਜਵਾਕ ਉਹ ਤਾਂ ਮੀਆਂ ਬੀਬੀ ਨੌਕਰੀ ਤੇ ਚਲੇ ਜਾਂਦੇ ਨੇ, ਅਸੀਂ ਇਹਨਾਂ ਦੇ ਬੱਚਿਆਂ ਨੂੰ ਸੰਭਾਲਦੇ ਆ, ਉਹਦੇ ਬਦਲੇ ਸਾਨੂੰ ਰੋਟੀ ਮਿਲ ਰਹੀ ਹੈ। ਤੇ 17% ਇਸ ਤਰੀਕੇ ਦੇ ਆਏ ਸੀ ਬਜ਼ੁਰਗ ਜਿਹੜੇ ਪੁੱਤਾਂ ਦੀ ਜਗ੍ਹਾ ਤੇ ਧੀਆਂ ਕੋਲੇ ਰਹਿ ਰਹੇ ਸੀ। ਉਹਨਾਂ ਧੀਆਂ ਕੋਲੇ ਜਿਹੜਾ ਆਮ ਕਿਹਾ ਗਿਆ ਕਿ ਪੁੱਤ ਬਣਾਉਣ ਜ਼ਮੀਨਾਂ, ਧੀਆਂ ਦੁੱਖ ਵਡਾਉਂਦੀਆਂ ਨੇ, ਉਹਨੇ ਇਸ ਤਰੀਕੇ ਦਾ ਜਿਹੜਾ ਹੈ ਨਾ, ਅਸੀਂ ਦੁਰਗਤੀ ਆਪ ਹੀ ਮੰਨ ਲਈਏ ਕਿ ਇਸ ਤਰੀਕੇ ਦਾ ਹੈ। ਹੁਣ ਜਿਹੜੀ ਤੁਸੀਂ ਦੁਰਗਤੀ ਵਾਲੀ ਗੱਲ ਕਰਦੇ ਹੋ, ਦੁਰਗਤੀ ਇਸ ਤਰੀਕੇ ਦੀ ਹੈ ਕਿ ਬਜ਼ੁਰਗ ਨੇ ਜਿਹੜੇ ਪਹਿਲਾਂ, ਜਿਵੇਂ ਮੈਂ ਡਿਊਟੀ ਵਾਲੀ ਗੱਲ ਕਰਤੀ, ਅੰਦਰੋਂ ਡਿਊਟੀ 'ਚ ਆ ਰਹੇ ਨੇ, ਡਿਊਟੀ 'ਚੋਂ ਸੜਕਾਂ ਤੇ ਆ ਰਹੇ ਨੇ, ਸੜਕਾਂ ਤੋਂ ਬਿਰਧ ਆਸ਼ਰਮਾਂ ਵਾਲੇ। ਬਿਲਕੁਲ ਜੀ। ਔਰ ਸ਼ਰਮਾ ਜੀ, ਅਸੀਂ ਗੱਲ ਕਰਦੇ ਹਾਂ ਕਿ ਹੱਸਦਾ ਵਸਦਾ ਰਹਿੰਦਾ ਹੈ ਉਹ ਪਰਿਵਾਰ ਬਜ਼ੁਰਗਾਂ ਦਾ, ਜਿਹੜੇ ਘਰ ਵਿੱਚ ਹੁੰਦਾ ਹੈ ਸਤਿਕਾਰ ਬਜ਼ੁਰਗਾਂ ਦਾ, ਔਰ ਜਿਹੜੇ ਘਰ ਦੇ ਵਿੱਚ ਸੱਚੀ ਸਤਿਕਾਰ ਹੁੰਦਾ ਹੈ ਉਹੀ ਘਰ ਜਿਹੜੇ ਨੇ ਉਹ ਹੱਸਦੇ ਵਸਦੇ ਰਹਿੰਦੇ ਨੇ। ਔਰ ਜੇ ਅਸੀਂ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਇਕੱਲੇਪਨ ਦੀ, ਕਿਉਂਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਹੁੰਦਾ ਕੀ ਹੈ ਕਿ ਮੁੰਡਾ ਨੂੰ ਦੋਨੋਂ ਜਣੇ ਚਲੇ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ, ਮਾਂ-ਬਾਪ ਜਿਹੜੇ ਨੇ ਉਹ ਇਕੱਲੇ ਰਹਿ ਜਾਂਦੇ ਨੇ। ਕਿਵੇਂ ਤੁਸੀਂ ਕਿਸ ਨਜ਼ਰੀਏ ਨਾਲ ਇਸ ਚੀਜ਼ ਨੂੰ ਲੈਂਦੇ ਹੋ ਕਿ ਬਜ਼ੁਰਗ ਜਿਹੜੇ ਨੇ ਉਹ ਆਪਣੇ ਇਕੱਲੇਪਨ ਨੂੰ ਕਿੱਦਾਂ ਕੱਟਦੇ ਨੇ, ਕਿੱਦਾਂ ਰਹਿੰਦੇ ਨੇ? ਇਸ ਤਰੀਕੇ ਨਾਲ ਹੈ ਜੀ,
ਕੀਤੀ ਜੀ। ਇਹ ਨਾ ਜਿਵੇਂ ਤੁਹਾਡੇ ਸ਼ਬਦੀ ਕਿ ਇਕੱਲਾ ਤਾਂ ਕੋਈ ਬਿਰਛ ਨਾ ਹੋਵੇ, ਜੀ ਮੈਂ ਤਾਂ ਆਦਮ ਜਾਇਆ। ਜੀ ਉਹ ਸਥਿਤੀ ਉਹਨਾਂ ਦੀ ਇਸ ਤਰੀਕੇ ਦੀ ਹੈ ਵੀ ਉਹ ਆਪਣਾ ਦੁੱਖ ਵੀ ਕਿਹਨੂੰ ਦੱਸਣ, ਜੀ ਆਪਣਾ ਜੋ ਅੰਦਰ ਉੱਭਰ ਰਿਹਾ ਉਹਦਾ ਪ੍ਰਗਟਾਵਾ ਕਿਸ ਨੂੰ ਕਰਨ। ਜੀ ਇਹ ਆਮ ਹੈਗਾ। ਜਦੋਂ ਮੈਂ ਇਹ ਕਿਹਾ ਵੀ ਉਹ ਸੜਕਾਂ ਤੇ ਵੀ ਆ ਜਾਂਦੇ ਨੇ, ਕਿਉਂਕਿ ਪੁੱਤ ਤਾਂ ਵਿਦੇਸ਼ਾਂ 'ਚ ਬੈਠੇ ਨੇ ਜੀ, ਬੱਚੇ ਪੋਤੇ ਵਗੈਰਾ ਵੀ ਉਹਨਾਂ ਦਾ ਜਿਹੜਾ ਸਰਮਾਇਆ ਉਹ ਵੀ ਉੱਥੇ ਨਾਲ ਲੈ ਗਏ, ਜੀ ਤੇ ਉਸ ਤੋਂ ਪਿੱਛੋਂ ਉਹਨਾਂ ਦਾ ਜਿਹੜਾ ਸਹਾਰਾ ਹੈ ਕਿਹੜਾ ਰਹਿ ਗਿਆ। ਜੀ ਅਸੀਂ ਦੇਖੀਏ ਨਾ ਵੀ ਇੱਕ ਨਰੋਲ ਛਾਤੀ ਤਾਂ ਨਹੀਂ ਸਭ ਕੁਝ ਹੁੰਦੀ, ਵੀ ਬਿਲਕੁਲ। ਚਾਰਦੁਆਰੀ ਤਾਂ ਨਹੀਂ ਬਿਲਕੁਲ। ਸੁਪ ਹੁੰਦੀ, ਉਹ ਕਵਾਸੀ ਰੋਟੀ ਵਾਲੀ ਗੱਲ ਹੋ ਜਾਂਦੀ ਨਾ, ਵੀ ਇੱਕ ਪਾਸੇ ਪਈ ਰੋਟੀ ਵੀ ਸੜ ਜਾਂਦੀ ਹੈ। ਰੋਟੀ ਵੀ ਸੜ ਜਾਂਦੀ ਜੀ ਵੀ ਇਹੋ ਜਿਹਾ ਸੰਤਾਪ ਹੈ ਜਿਹੜਾ, ਜਿਵੇਂ ਤੁਸੀਂ ਵਿਦੇਸ਼ਾਂ ਵਾਲੀ ਗੱਲ ਕੀਤੀ ਹੈ, ਜੀ ਤਕਰੀਬਨ 12% ਮੇਰੀਆਂ ਨਜ਼ਰਾਂ 'ਚ ਨੇ ਜਿਹੜੇ 12% ਬਜ਼ੁਰਗ ਇਸ ਤਰੀਕੇ ਦੇ ਨੇ ਵੀ ਇਕੱਲਤਾ ਦਾ ਸੰਤਾਪ ਹੰਡਾ ਰਹੇ ਨੇ। ਜੀ ਮਤਲਬ ਪਿੰਡਾਂ 'ਚ ਵੀ ਇਹ ਵਾਪਰ ਰਿਹਾ, ਸ਼ਹਿਰਾਂ 'ਚ ਵੀ ਵਾਪਰ ਜੀ। ਰਿਹਾ। ਤੇ ਆਪਾਂ ਜੇ ਇਹ ਕਰੀਏ ਨਾ ਗੱਲ, ਇਹ ਗੱਲ ਇਕਨੋਮਿਕਲੀ ਵੀ ਕਹੀਏ, ਜੇ ਜੀ। ਪੁੱਤ ਇਹ ਵੀ ਕਹਿਣ ਵੀ ਅਸੀਂ ਉਧਰੋਂ ਪਾਉਂਡ ਭੇਜ ਭੇਜ ਦਿੰਦੇ ਰਹੇ ਹਾਂ, ਜੀ ਪੈਸਿਆਂ ਦੇ ਨਾਲ, ਪਾਉਂਡਾਂ ਦੇ ਨਾਲ ਵਸਤੂ ਤਾਂ ਖਰੀਦੀ ਜਾ ਸਕਦੀ ਹੈ, ਜੀ ਮਾਨਸਿਕ ਸੁੱਖ ਨਹੀਂ ਖਰੀਦਿਆ ਜਾ ਸਕਦਾ। ਬਿਲਕੁਲ ਤੇ ਉਹ ਮਾਨਸਿਕ ਸੰਤਾਪ ਹੈ ਜਿਹੜਾ ਉਹ ਬਜ਼ੁਰਗ ਇਸ ਵੇਲੇ ਹੰਡਾ ਰਹੇ ਨੇ, ਤੇ ਸਾਡੇ ਲਈ ਇਹ ਤਰਾਸਦੀ ਵਾਲੀ ਵੀ ਗੱਲ ਹੈ। ਜੀ ਬਿਲਕੁਲ ਬੱਚਿਆਂ ਦੀ ਅਸੀਂ ਗੱਲ ਕਰਦੇ ਹਾਂ ਕਿ ਬਜ਼ੁਰਗ ਆਪਣੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਆ। ਮਾਂ-ਬਾਪ ਕਹਿ ਲਓ ਕਿ ਮਾਂ-ਬਾਪ ਆਪਣੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਆ। ਰਾਤ ਜਾਗ ਕੇ ਦੁੱਧ ਪਿਆਉਂਦੇ ਆ, ਉਹਨੂੰ ਗਿੱਲੇ ਨੂੰ ਚੁੱਕ ਕੇ ਸੁੱਕੇ ਤੇ ਪਾਉਂਦੇ ਆ, ਬੜਾ ਕੁਝ ਕਰਦੇ, ਬੜੇ ਯਤਨਾਂ ਦੇ ਨਾਲ ਬੱਚਾ ਪਾਲਿਆ ਜਾਂਦਾ, ਫਿਰ ਉਹ ਵੱਡਾ ਹੁੰਦਾ, ਜਵਾਨ ਹੁੰਦਾ। ਪਰ ਜਦੋਂ ਉਹ ਜਵਾਨ ਹੋ ਜਾਂਦਾ ਹੈ ਤੇ ਫਿਰ ਬਜ਼ੁਰਗਾਂ ਦੀ ਕਦਰ ਘਟ ਜਾਂਦੀ ਹੈ। ਬਜ਼ੁਰਗਾਂ ਨੂੰ ਉਹ ਆਪਣਾ ਸਮਝਦਾ ਹੀ ਨਹੀਂ, ਤੇ ਬਜ਼ੁਰਗ ਜਿਹੜੇ ਆ ਉਹ ਬਿਰਧ ਆਸ਼ਰਮਾਂ ਵੱਲ ਜਾਣ ਲਈ ਮਜਬੂਰ ਹੋ ਜਾਂਦੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਘਾਟ ਕਿੱਥੇ ਹੈ? ਕੀ ਕਦਰਾਂ ਕੀਮਤਾਂ ਦੀ ਘਾਟ ਤਾਂ ਨਹੀਂ? ਪਹਿਲੀ ਤੇ ਗੱਲ, ਜਦੋਂ ਤੁਸੀਂ ਮਾਂ ਦਾ ਜ਼ਿਕਰ ਕੀਤਾ ਨਾ, ਜੀ ਮੈਂ ਇੱਥੇ ਇੱਕ ਗੱਲ ਨੂੰ ਅਗਾਂਹ ਤੋਰ ਰਿਹਾ। ਜੀ ਇਹ ਮੈਂ ਪ੍ਰੋਫੈਸਰ ਭਗਤ ਪੂਰਨ ਸਿੰਘ ਜੀ ਨੂੰ ਮੈਂ ਬੜੇ ਅਦਬ ਨਾਲ ਸਿਜਦਾ ਕਰਦਿਆਂ ਹੋਏ ਚੇਤੇ ਕਰ ਰਿਹਾ। ਇਸ ਤਰੀਕੇ ਨਾਲ ਇੱਕ ਵਾਰੀ ਜ਼ਿਕਰ ਚੱਲ ਰਿਹਾ ਸੀ ਜੀ ਭਗਤ ਜੀ ਨਾਲ, ਜੀ ਮੈਂ ਉਹਨਾਂ ਦੀ ਸੰਗਤ ਮਾਣ ਰਿਹਾ ਸਾਂ, ਤੇ ਜਦੋਂ ਮਾਂ ਦਾ ਜ਼ਿਕਰ ਚੱਲਿਆ ਨਾ ਤਾਂ ਭਗਤ ਜੀ ਖੜੇ ਹੋ ਗਏ। ਅੱਛਾ ਬੈਠੇ ਬੈਠੇ ਅਸੀਂ ਸਹੀ ਗੱਲਾਂ ਕਰ ਰਹੇ ਹਾਂ ਤੇ ਉਹਨਾਂ ਦੇ ਪ੍ਰਵਚਨਾਂ ਨੂੰ ਸੁਣ ਰਹੇ ਹਾਂ, ਤੇ ਉਹ ਖੜੇ ਹੋ ਗਏ। ਖੜੇ ਹੋ ਕੇ ਕਹਿ ਰਹੇ ਨੇ ਸਾਨੂੰ ਸਾਰਿਆਂ ਨੂੰ ਵੀ ਮਾਂ ਨੂੰ ਜਦੋਂ ਯਾਦ ਕਰਨਾ ਹੈ ਤਾਂ ਬੈਠੇ ਹੋਏ ਯਾਦ ਨਹੀਂ ਕੀਤਾ ਜਾਂਦਾ। ਵਾਹ, ਕੀ ਬਾਤ ਹੈ। ਮਾਂ ਨੂੰ ਖੜਿਆ ਹੋ ਕੇ ਯਾਦ ਕੀਤਾ ਜਾਂਦਾ ਹੈ। ਉਦੋਂ ਮੇਰੇ ਜ਼ਿਹਨ 'ਚ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਬੋਲ ਯਾਦ ਆ ਰਹੇ ਸਨ ਜੀ ਕਿ ਮਾਂ ਵਰਗਾ ਘਨਸਾਮਾ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਅਦਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਐਪਰ ਫੁੱਲਾਂ ਦੇ ਮਰਜਾਇਆ ਇਹ ਬੂਟਾ ਸੁੱਕ ਜਾਏ। ਹੁਣ ਤੁਸੀਂ ਜਦੋਂ ਇਹ ਗੱਲ ਕਰਦੇ ਹੋ ਵੀ ਔਲਾਦ ਨੂੰ ਮਾਪਿਆਂ ਨੇ ਪਾਲਿਆ, ਜੀ ਬਾਪ ਵੀ ਉਹ ATM ਹੈ ਵੀ ਜਿਹਦੇ ਕੋਲੇ ਜੇ ਕੁਝ ਵੀ ਨਹੀਂ ਹੈ ਉਹਨੂੰ ਕੈਸ਼ ਕਰਾਇਆ ਜਾ ਸਕਦਾ ਹੈ। ਬਿਲਕੁਲ ਜੀ ਤੇ ਆਪਣਾ ਆਪ ਦਾਅ ਤੇ ਲਾ ਕੇ ਉਹ ਆਪਣੀ ਔਲਾਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੀ ਪਰ ਜਦੋਂ ਬੱਚੇ ਵੱਡੇ ਹੁੰਦੇ ਨੇ ਉਦੋਂ ਬੱਚੇ ਵੱਡੇ ਹੋ ਕੇ ਉਹਨਾਂ ਦੇ ਸੋਚ ਇਹ ਹੈ ਵੀ ਜੋ ਕੁਝ ਹੈ ਉਹ ਮਾਂ-ਬਾਪ ਦਾ ਤਾਂ ਸੋਚਦੇ ਨੇ ਵੀ ਇਹਨਾਂ ਦਾ ਤਾਂ ਫਰਜ਼ ਸੀਗਾ, ਬਿਲਕੁਲ ਜੀ ਜੀ ਪਰ ਸਾਡੇ ਕੀ ਫਰਜ਼ ਨੇ ਉਹ ਤੋਂ ਵਿਸਲੇ ਹੋਏ ਨੇ। ਬਿਲਕੁਲ। ਜਾਂ ਦੂਜੇ ਸ਼ਬਦਾਂ 'ਚ ਅਸੀਂ ਇਹ ਕਹਿ ਦਈਏ ਕਿ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਾਂ ਜਿਹੜੇ ਸੰਸਕਾਰ ਨੇ ਉਹਨਾਂ ਦਾ ਘਾਣ ਹੋ ਰਿਹਾ ਹੈ ਇਸ ਵੇਲੇ, ਤੇ ਉਹ ਘਾਣ ਦੀ ਪ੍ਰਤੀਕਰਮ ਹੈ ਵੀ ਬਜ਼ੁਰਗਾਂ ਦੀ ਦੁਰਗਤੀ ਹੋ ਰਹੀ ਹੈ। ਬਿਲਕੁਲ। ਔਰ ਸ਼ਰਮਾ ਜੀ, ਅਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਹਾਂ ਕਿ ਨੈਤਿਕ ਕਦਰਾਂ ਕੀਮਤਾਂ ਕੀ ਨੇ, ਔਰ ਉਹਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਅਸੀਂ ਵੱਢਾਂਗੇ। ਅਸੀਂ ਗੱਲਬਾਤ ਇੰਝ ਹੀ ਜਾਰੀ ਜ਼ਰੂਰ ਰੱਖਾਂਗੇ, ਪਰ ਪਹਿਲਾਂ ਇੱਕ ਗੀਤ ਦੇ ਨਾਲ ਜੁੜਦੇ ਹਾਂ, ਉਸ ਤੋਂ ਬਾਅਦ ਇਹ ਵਿਚਾਰ ਚਰਚਾ ਇੰਝ ਹੀ ਚੱਲਦੀ ਰਹੇਗੀ। ਚੁੱਪ ਕਰਾਉਂਦਾ
ਦੂਰਦਰਸ਼ਨ ਦੇ ਖਜ਼ਾਨੇ ਦੇ ਵਿੱਚ ਜਿਹੜਾ ਤੁਸੀਂ ਇਹ ਗੀਤ ਸੁਣਿਆ ਵਾਕਈ ਬਾ ਕਮਾਲ ਗੀਤ ਸੀ। ਔਰ ਜਦੋਂ ਵੀ ਅਸੀਂ ਇਸ ਗੀਤ ਨੂੰ ਸੁਣਦੇ ਆ ਨਾ, ਮਾਂ ਦੀ ਨਾ ਆਪਣੇ ਆਪ ਹੀ ਚੇਤਾ ਆ ਜਾਂਦਾ ਔਰ ਮਾਂ ਦੀ ਯਾਦ ਆਪਣੇ ਆਪ ਹੀ ਆ ਜਾਂਦੀ ਹੈ। ਔਰ ਇਹਦੇ ਨਾਲ ਹੀ ਮੈਨੂੰ ਇੱਕ ਕਹਾਣੀ ਯਾਦ ਆ ਗਈ ਕਿ ਇੱਕ ਵਾਰੀ ਇੱਕ ਮਾਂ ਜਿਹੜੀ ਹੈ ਨਾ, ਉਹ ਕਾਫੀ ਬਜ਼ੁਰਗ ਹੋ ਜਾਂਦੀ ਹੈ। ਪਰਿਵਾਰ ਦੇ ਵਿੱਚ ਉਹਦੇ ਨੂੰਹ ਹੁੰਦੀ ਹੈ, ਪੁੱਤ ਹੁੰਦਾ ਵੈ, ਨਾਲ ਦੇ ਨਾਲ 2 ਪੋਤਾ ਪੋਤੀ ਹੁੰਦੇ ਨੇ। ਉਹ ਕੀ ਹੁੰਦਾ ਹੈ ਕਿ ਜਦੋਂ ਮਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਨਾ, ਮਾਂ ਉੱਚੀ ਉੱਚੀ ਆਵਾਜ਼ਾਂ ਮਾਰਦੀ ਹੈ ਕਿਉਂਕਿ ਬਜ਼ੁਰਗ ਹੋ ਗਈ ਹੁੰਦੀ ਹੈ। ਤਾਂ ਉਹ ਕਹਿੰਦੀ ਹੈ ਕਿ ਨੂੰ ਕਹਿੰਦੀ ਹੈ ਕਿ ਪੁੱਤਰ ਮੈਨੂੰ ਪਾਣੀ ਦੇ ਦੇ, ਮੈਨੂੰ ਰੋਟੀ ਦੇ ਦੇ। ਆਪਣੇ ਮੁੰਡੇ ਨੂੰ ਬੁਲਾਉਂਦੀ ਹੈ ਕਿ ਬੱਚੇ ਮੈਨੂੰ ਇਸ ਚੀਜ਼ ਦੀ ਲੋੜ ਹੈ, ਮੈਨੂੰ ਇਹ ਲੈ ਦੇ, ਮੈਨੂੰ ਉਹ ਦੇ ਦੇ। ਅਕਸਰ ਆਵਾਜ਼ਾਂ ਮਾਰਦੀ ਰਹਿੰਦੀ, ਕਦੀ ਪੋਤੇ ਪੋਤੀ ਨੂੰ ਆਵਾਜ਼ਾਂ ਮਾਰਦੀ ਹੈ। ਤੇ ਉਹ ਕਹਿੰਦੇ ਕਿ ਜਦੋਂ ਕੋਈ ਪ੍ਰਾਹੁਣਾ ਆਇਆ ਹੁੰਦਾ ਨਾ, ਤੇ ਮਾਤਾ ਬੜਾ ਰੌਲਾ ਪਾਉਂਦੀ ਹੈ। ਕੁਝ ਇਹੋ ਜਿਹਾ ਕੀਤਾ ਜਾਵੇ ਤਰੀਕਾ ਕਿ ਜਿਹੜੀ ਮਾਂ ਹੈ ਉਹ ਰੌਲਾ ਘੱਟ ਪਾਵੇ। ਕੋਈ ਸਲਾਹ ਦਿੰਦਾ ਕਿ ਤੁਸੀਂ ਇੱਕ ਡਗਾ ਲਿਆ ਦਿਓ, ਇੱਕ ਢੋਲ ਲਿਆ ਦਿਓ, ਜਦੋਂ ਮਾਂ ਨੂੰ ਲੋੜ ਹੋਵੇ ਉਹ ਡਗਾ ਮਾਰੇ ਤਾਂ ਤੁਸੀਂ ਉਹਦੀ ਜ਼ਰੂਰਤ ਨੂੰ ਪੂਰਾ ਕਰ ਦਿਓ। ਖੈਰ ਉੱਦਾਂ ਹੀ ਕੀਤਾ ਜਾਂਦਾ, ਬੜੀ ਸ਼ਾਂਤੀ ਹੋ ਜਾਂਦੀ ਹੈ ਘਰ ਵਿੱਚ। ਮਾਂ ਨੂੰ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਉਹ ਡਗਾ ਮਾਰਦੀ ਹੈ ਤੇ ਉਸੇ ਵੇਲੇ ਉਹ ਸਮਾਨ ਜਿਹੜਾ ਘਰ ਦੇ ਦਿੰਦੇ ਨੇ, ਉਹ ਵੀ ਸੁਖੀ ਤੇ ਮਾਂ ਵੀ ਸੁਖੀ ਹੋ ਜਾਂਦੀ ਹੈ। ਇੱਕ ਦਿਨ ਕੀ ਹੁੰਦਾ, ਉਹ ਮਾਂ ਦਾ ਜਿਹੜਾ ਵਾ ਉਹ ਨਿਰੰਕਾਰ ਲੀਨ ਹੋ ਜਾਂਦੀ ਹੈ, ਉਹ ਮਰ ਜਾਂਦੀ ਹੈ। ਜਦੋਂ ਮਾਂ ਚਲੀ ਜਾਂਦੀ ਹੈ, ਭੋਗ ਪਾ ਦਿੰਦੇ ਆ, ਸਾਰਾ ਕੁਝ ਕਰ ਦਿੰਦੇ ਆ। ਤੇ ਯਕੀਨਨ ਮੋਹਨਸਰ ਹੁੰਦਾ ਨਾ ਕਿ ਜਦੋਂ ਕੋਈ ਮਰ ਜਾਂਦਾ ਤਾਂ ਕਹਿੰਦੇ ਨੇ ਕਿ ਇਹਦਾ ਸਮਾਨ ਜਿਹੜਾ ਕਿਤੇ ਆਸ਼ਰਮ 'ਚ ਦੇ ਦਿਓ ਜਾਂ ਕਿਤੇ ਹੋਰ ਦੇ ਦਿਓ, ਜਦੋਂ ਕਿਤੇ ਯੂਜ਼ ਹੈ, ਕਿਉਂਕਿ ਅਸੀਂ ਵਰਤਣਾ ਨਹੀਂ ਇਹਦਾ ਸਮਾਨ। ਉਹ ਕੀ ਹੁੰਦਾ, ਉਹਦਾ ਸਮਾਨ ਜਿਹੜਾ ਸਾਰਾ ਦੇਣ ਲੱਗਦੇ। ਤੇ ਜਿਹੜਾ ਉਹਦਾ ਪੋਤਾ ਹੁੰਦਾ, ਉਹ ਡਗਾ ਤੇ ਉਹ ਢੋਲ ਚੁੱਕ ਕੇ ਟਰੰਕ ਦੇ ਵਿੱਚ ਰੱਖਣ ਲੱਗਦਾ। ਤੇ ਉਸ ਵੇਲੇ ਉਹਦਾ ਪਿਓ ਔਰ ਉਹਦੀ ਮਾਂ ਕਹਿੰਦੀ ਕਿ ਇਹ ਕੀ ਕਰਨ ਲੱਗਾ, ਇਹਦੀ ਤਾਂ ਸਾਨੂੰ ਹੁਣ ਲੋੜ ਹੀ ਨਹੀਂ ਹੈ। ਤੇ ਉਹ ਕਹਿੰਦਾ ਕਿ ਮਾਂ, ਇਹਦੀ ਮੈਨੂੰ ਲੋੜ ਪੈਣੀ ਆ ਜਦੋਂ ਤੁਸੀਂ ਬੁੱਢੇ ਹੋ ਜਾਣਾ ਤੇ ਤੁਹਾਡੇ ਵੇਲੇ ਮੈਨੂੰ ਲੋੜ ਪੈਣੀ ਹੈ। ਔਰ ਦੇਖੋ, ਜਿਹੋ ਜਿਹੇ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦੇਵਾਂਗੇ, ਉਹੋ ਜਿਹਾ ਹਾਲਾਤ ਜਿਹੜੇ ਆ ਸਾਡੇ ਨਾਲ ਹੋਣਗੇ। ਇਸ ਲਈ ਚੰਗਾ ਹੈ ਕਿ ਜੇਕਰ ਚੰਗਾ ਹੀ ਕੀਤਾ ਜਾਵੇ। ਤੇ ਗੱਲ ਕਰਦੇ ਹਾਂ ਅਸੀਂ ਇਸ ਵੇਲੇ ਆਪਣੇ ਮਾਂ-ਬਾਪ ਦੀ, ਆਪਣੇ ਸਮਾਜ ਵਿੱਚ ਬਜ਼ੁਰਗਾਂ ਦੇ ਥਾਂ ਦੀ। ਤੇ ਜਦੋਂ ਪਹਿਲਾ ਸਮਾਂ ਸੀ ਨਾ, ਜਦੋਂ ਸਿੱਖਿਆ ਘੱਟ ਸੀ ਸਾਡੇ ਕੋਲ, ਅਸੀਂ ਪੜ੍ਹੇ ਲਿਖੇ ਘੱਟ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ, ਪਰ ਬਜ਼ੁਰਗਾਂ ਦਾ ਸਤਿਕਾਰ ਅੱਤ ਦਾ ਕੀਤਾ ਜਾਂਦਾ ਸੀ। ਉਹਨਾਂ ਨੂੰ ਪੁੱਛੇ ਬਗੈਰ ਘਰ ਦੇ ਵਿੱਚ ਕੋਈ ਚੀਜ਼ ਵੀ ਨਹੀਂ ਆਉਂਦੀ ਸੀ। ਤੇ ਹੁਣ ਦਾ ਜਿਹੜਾ ਸਮਾਂ, ਸਿੱਖਿਆ ਦਾ ਪ੍ਰਸਾਰ ਪ੍ਰਚਾਰ ਸਭ ਵੱਧ ਚੁੱਕਾ ਹੈ, ਪਰ ਬਜ਼ੁਰਗਾਂ ਦਾ ਸਨਮਾਨ ਘਟ ਚੁੱਕਾ ਹੈ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਇੱਥੇ ਨਾ, ਜਦੋਂ ਤੁਸੀਂ ਇਹ ਗੱਲ ਕਰਦੇ ਹੋ, ਜਿਹੜੀ ਪੁਰਾਣੀ ਸਥਿਤੀ ਹੈ ਉਹ ਮੈਂ ਵੀ ਵੇਖੀ ਹੈ ਜੀ। ਉਦੋਂ ਸਥਿਤੀ ਇਸ ਤਰੀਕੇ ਦੀ ਹੁੰਦੀ ਸੀ ਕਿ ਪਾਲੋ ਪਾਲ ਸੁਭਾਅ 'ਚ ਮੰਜੇ ਜੀ ਡਾਹ ਲੈਂਦਾ ਸੀ ਸਾਰਾ ਟੱਬਰ। ਭਰੇ ਭੜੋਲੇ ਸਨ ਮੋਹ ਤਿਉ ਦੇ ਜੀ, ਦਿਲ ਤੋਂ ਦਿਲ ਤੱਕ ਡਰ ਹੁੰਦਾ ਸੀ ਜੀ। ਉਸ ਵੇਲੇ ਜਿਹੜਾ ਘਰ ਦਾ ਮੁਖੀ ਸੀ ਨਾ ਜੀ, ਉਹਦੀਆਂ ਜਿਹੜੀਆਂ ਪਾਵਰਾਂ ਸੀਗੀਆਂ ਜੀ, ਉਹ ਅਮਰੀਕਾ ਦੇ ਰਾਸ਼ਟਰਪਤੀ ਵਰਗੀਆਂ ਸੀ। ਕੀ ਬਾਤ। ਜਿਹੜਾ ਆਦੇਸ਼ ਉਹਨਾਂ ਨੇ ਪੋਤਿਆਂ ਤੱਕ, ਪੁੱਤਾਂ ਤੱਕ ਦੇਤਾ, ਡਿਊਟੀਆਂ ਵੰਡ ਦਿੰਦੇ ਸੀ। ਤੈਂ ਖੇਤ ਜਾਣਾ, ਤੈਂ ਸ਼ਹਿਰ ਤੋਂ ਰੇ ਲੈ ਕੇ ਆਉਣੀ ਹੈ, ਤੈਂ ਆਹ ਕੰਮ ਕਰਨਾ। ਜੇ 5 ਪੁੱਤ ਨੇ, 5 ਨੂੰ ਅਲੱਗ-ਅਲੱਗ ਡਿਊਟੀਆਂ ਹੁੰਦੀਆਂ ਸੀ, ਵੰਡੀਆਂ ਜਾਂਦੀਆਂ ਸੀ। ਤੇ ਉਹ ਹਾਂ ਬਾਪੂ ਜੀ, ਠੀਕ ਹੈ ਬਾਪੂ ਜੀ ਨਾਲ ਉਹ ਚੱਲਦਾ ਸੀ। ਤੇ ਸ਼ਾਮ ਨੂੰ ਫਿਰ ਸਾਰੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਜਾਂਦਾ ਸੀ। ਜਿਹੜਾ 4 ਪੈਸੇ ਸੀ ਉਹ ਬਾਪ ਦੇ ਤਲੀ ਤੇ ਰੱਖੇ ਜਾਂਦੇ ਸੀ ਜੀ। ਉਹ ਤਾਂ ਉਦੋਂ ਤਾਂ ਇਹ ਸੀਗਾ। ਪਰ ਹੁਣ ਜਿਹੜਾ ਇਹ ਜਿਹੜੀ ਸੋਚ ਹੈ ਨਾ, ਉਹ ਸਭ ਕੁਝ ਖਿਲਰ ਪੁੱਲ ਗਈ ਜੀ। ਹੁਣ ਇਸ ਤਰੀਕੇ ਦਾ ਨਹੀਂ ਰਿਹਾ। ਹੁਣ ਤਾਂ ਜਿਹੜੇ ਬਜ਼ੁਰਗ ਨੇ ਨਾ, ਬੜੇ ਸੀਨ ਮੈਂ ਦੇਖੇ ਨੇ, ਮੈਂ ਭਾਵੁਕ ਵੀ ਹੋ ਜਾਣਾ ਇਹ ਜੇ ਗੱਲ ਦਾ। ਹੁਣ ਜੇ ਬਜ਼ੁਰਗ ਵੀ ਨੇ ਨਾ, ਉਹ ਇਸ ਤਰੀਕੇ ਨਾਲ ਨੇ ਵੀ ਜੇ ਵਿਆਹ ਹੈਗਾ, ਵਿਆਹ 'ਚ ਅੱਗੇ ਤਾਂ ਇਹ ਸੀ ਵੀ ਘਰ ਦਾ ਮੁਖੀ ਹੈ ਜਿਹੜਾ, ਉਹਦੇ ਆਦੇਸ਼ ਚੱਲਦੇ ਸੀ ਵਿਆਹ ਦੇ ਵਿੱਚ। ਹੁਣ ਉਹ ਬਜ਼ੁਰਗ ਇੱਕ ਪਾਸੇ ਖੂੰਜੇ 'ਚ ਬੈਠਾ ਹੁੰਦਾ ਹੈ ਤੇ ਉਹਨੂੰ ਬਿਠਾ ਦਿੰਦੇ ਨੇ ਉੱਥੇ ਲਾ ਕੇ ਕੁਰਸੀ, ਵੀ ਆਹ ਕੰਬਲ ਨੇ ਜਿਹੜੇ ਮਿਲਣੀ ਵਾਲੇ, ਇਹਦੀ ਰਾਖੀ ਰੱਖ। ਹੁਣ ਪੋਜੀਸ਼ਨ ਇਹ ਬਣੀ ਹੋਈ ਹੈ, ਜਾਨੀ ਉਲਟਾ ਹੈ, ਉਸ ਤੋਂ ਰਿਵਰਸ ਹੈ। ਹੁਣ ਕੋਈ ਰਾਏ ਮਸ਼ਵਰਾ ਕੋਈ ਕਿਸੇ ਕਿਸਮ ਦਾ ਨਹੀਂ ਹੁੰਦਾ ਜਾਂਦਾ। ਬਿਲਕੁਲ ਬਿਲਕੁਲ ਜੀ। ਔਰ ਅਸੀਂ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਸਾਡੇ ਅੱਜ ਕੋਲ ਮੋਹਨ ਸ਼ਰਮਾ ਜੀ ਸਾਡੇ ਕੋਲ ਪਹੁੰਚੇ ਨੇ, ਔਰ 2 ਵਾਰੀ ਇਹ ਸਟੇਟ ਅਵਾਰਡੀ ਨੇ, 2 ਵਾਰ ਇਹਨਾਂ ਨੂੰ ਸਟੇਟ ਅਵਾਰਡ ਮਿਲ ਚੁੱਕਾ ਹੈ। ਇੱਕ ਬਿਰਧ ਆਸ਼ਰਮ ਹੈ ਜਿਸ ਦੇ ਇਹ ਮੁੱਖ ਸੇਵਾਦਾਰ ਨੇ। ਔਰ ਉਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਨਸ਼ੇ ਦੀ, ਸਾਡੇ ਸਮਾਜ ਦੇ ਵਿੱਚੋਂ ਨਸ਼ਾ ਜਿਹੜਾ ਉਹ ਛੁਡਾਉਣ ਦੇ ਵਾਸਤੇ ਵੀ ਬਹੁਤ ਸਾਰੇ ਉਪਰਾਲੇ ਕਰਦੇ ਰਹਿੰਦੇ ਨੇ। ਔਰ ਅਲੱਗ-ਅਲੱਗ ਅਖਬਾਰਾਂ ਦੇ ਵਿੱਚ, ਰਸਾਲਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਆਰਟੀਕਲ ਨੇ ਉਹ ਛਪਦੇ ਰਹਿੰਦੇ ਨੇ। ਇਹ ਵੀ ਅਸੀਂ ਨਾਲ ਦੇ ਨਾਲ ਦੱਸ ਦਈਏ ਕਿਉਂਕਿ ਸਾਡੇ ਦਰਸ਼ਕ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਹੁਣੇ ਜੁੜੇ ਹੋਣਗੇ ਤੇ ਉਹਨਾਂ ਦੇ ਬਾਰੇ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜੀ ਤੁਸੀਂ ਮੋਹਨ ਜੀ ਬਿਰਧ ਆਸ਼ਰਮ ਦੇ ਨਾਲ ਜੁੜੇ ਹੋ ਤੇ ਤੁਹਾਡਾ ਬਜ਼ੁਰਗਾਂ ਦੇ ਨਾਲ ਵਾਹ ਵਾਸਤਾ ਵੀ ਹੁੰਦਾ ਰਹਿੰਦਾ ਹੈ। ਇੱਕ ਤਾਂ ਸਾਨੂੰ ਕੋਈ ਘਟਨਾ ਜਿਹੜੀ ਤੁਹਾਡੇ ਨਾਲ ਵਾਪਰੀ ਹੋਏ ਕੋਈ ਇਹੋ ਜੀ, ਤੇ ਇੱਕ ਉਹ ਕਿ ਬਜ਼ੁਰਗਾਂ ਨੂੰ ਅੱਜ ਦੇ ਦੌਰ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ? ਜਦੋਂ ਨੀਤੂ ਜੀ ਕਹਾਣੀ ਸੁਣਾ ਰਹੇ ਸਨ ਨਾ ਜੀ, ਉਦੋਂ ਮੈਂ ਕਈ ਦਿਨ ਇਹ ਤਾਂ ਇਹਨਾਂ ਦੀ ਕਹਾਣੀ, ਇੱਕ ਜਿਹੜਾ ਸਾਡੇ ਵਾਪਰਿਆ
ਉਹਦੇ ਨਾਲ ਮੈਂ ਆਪ ਨਿੱਜੀ ਤੌਰ ਤੇ ਕਈ ਦਿਨ ਪਰੇਸ਼ਾਨ ਰਿਹਾ ਜੀ। ਇੱਕ ਇਸ ਤਰੀਕੇ ਨਾਲ ਹੋਇਆ ਵੀ ਇੱਕ ਲੜਕਾ ਜੀ ਇਕਲੌਤਾ ਲੜਕਾ ਹੈ ਮਾਂ ਦਾ ਜੀ। ਉਹਨਾਂ ਨੇ ਵਿਦੇਸ਼ ਜਾਣਾ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਸਾਂਭਣ ਵਾਸਤੇ ਹੈਗੇ ਨੇ ਇਹ, ਉਹ ਸਾਡੇ ਕੋਲੇ ਛੱਡ ਗਿਆ, ਬੱਚਿਆਂ ਨੂੰ ਵੀ ਨਾਲ ਲੈ ਗਿਆ ਤੇ ਮਾਂ ਨੂੰ ਕੁਝ ਨਹੀਂ ਦੱਸਿਆ। ਮਾਂ ਨੂੰ ਤਾਂ ਇੱਥੇ ਮੰਮੀ ਤੇਰੇ ਰਹਿਣਗੇ, ਇਹ ਕਰਨਾ ਹੈ, ਬਸ ਇਹਨਾਂ ਨਾਲ ਗੱਲਾਂ ਬਾਤਾਂ ਕਰੀ, 2-4 ਦਿਨ ਨੂੰ ਅਸੀਂ ਆ ਜਾਣਾ, ਇੰਜ ਹੁੰਦਾ ਰਿਹਾ। ਤੇ ਉਹ ਹੁਣ ਇਕਲੌਤਾ ਪੁੱਤ, ਆਂਦਰਾਂ ਦਾ ਸੇਕ ਹੈ ਜੀ, ਨਾੜੂਆ ਨਾਲ ਜੁੜੇ ਹੀ ਰਹਿੰਦਾ। ਮਾਂ ਦਾ ਤਾਂ ਆਮ ਕਿਹਾ ਜਾਂਦਾ ਕਿ ਨਾੜੂਆ ਜਨਮ ਤੋਂ ਬਾਅਦ ਕੱਟਿਆ ਜਾਂਦਾ, ਪਰ ਮਾਂ ਦਾ ਪੁੱਤ ਨਾਲ ਤਾਂ ਨਾੜੂਆ ਜੁੜੇ ਹੀ ਰਹਿੰਦਾ। ਤੇ ਉਹ ਸਾਨੂੰ ਪੁੱਛਦੀ ਹੈ ਵੀ ਮੇਰਾ ਪੁੱਤ ਨਹੀਂ, ਰਕੇਸ਼ ਨਹੀਂ ਆਇਆ, ਰਕੇਸ਼ ਨਹੀਂ ਆਇਆ। ਤੇ ਅਸੀਂ ਝੂਠ ਬੋਲ ਰਹੇ ਹਾਂ ਜੀ, ਦਿਲ ਤੇ ਪੱਥਰ ਰੱਖ ਕੇ ਵੀ ਇਹ ਨੂੰ ਸਕੂਨ ਮਿਲੇ, ਅਸੀਂ ਨਾ ਇਹਨੂੰ ਨਾ ਉਹ ਕਰੀਏ। ਇਹ ਚੱਲਦਾ ਰਿਹਾ। ਫਿਰ ਪੁੱਤ ਆ ਵੀ ਗਿਆ। ਆਉਣ ਤੋਂ ਬਾਅਦ ਮੈਂ ਸੰਪਰਕ ਕਰਾਂ ਫੋਨ ਤੇ ਜੀ ਵੀ ਹੁਣ ਤੁਸੀਂ ਮਾਂ ਨੂੰ ਲੈ ਜਾਓ। ਕੋਈ ਨਹੀਂ ਲੈ ਜਾਵਾਂਗੇ ਜੀ, ਕੋਈ ਨਹੀਂ ਲੈ ਜਾਵਾਂਗੇ, ਤੁਹਾਡੀ ਮੰਮੀ ਖੁਸ਼ ਹੈ, ਹੋਰ ਕੋਈ ਪ੍ਰੋਬਲਮ ਤਾਂ ਨਹੀਂ ਜੀ, ਕੋਈ ਤੁਹਾਨੂੰ ਚੀਜ਼ ਤਾਂ ਨਹੀਂ ਚਾਹੀਦੀ। ਹੁਣ ਅਸੀਂ ਕੀ ਕਹੀਏ ਵੀ ਸਾਨੂੰ ਇਹ ਪਦਾਰਥਕ ਦੌੜ ਹੈ ਜਿਹੜੀ ਉਹ 'ਚ ਅਸੀਂ ਸ਼ਾਮਲ ਨਹੀਂ ਹਾਂ। ਇਹ ਤਾਂ ਇੰਨਾ ਕੁ ਤਾਂ ਹੋ ਗਿਆ। ਉਸ ਤੋਂ ਬਾਅਦ ਮੈਂ ਝੂਠੇ ਜਿਹੜੇ ਸੁਨੇਹੇ ਜਿਹੜੇ ਦਿੰਦੇ ਰਹੇ ਹਾਂ। ਉਦੋਂ ਬਾਅਦ ਇਹ ਹੋਇਆ ਵੀ ਮਾਂ ਹੈ ਜਿਹੜੀ ਆਖਰੀ ਸਾਹਾਂ ਤੇ ਹੈ ਜੀ। ਮੈਂ ਉਹਨਾਂ ਨੂੰ ਫੇਰ ਫੋਨ ਕੀਤਾ ਜੀ, ਉਹ ਨਹੀਂ ਆਇਆ। ਉਦੋਂ ਬਾਅਦ ਸੱਚਾਈ ਹੈ ਕਿ ਉਹ ਜਦੋਂ ਆਖਰੀ ਸਾਹ ਲਏ ਨੇ ਜੀ, ਉਹਦੀਆਂ ਅੱਖਾਂ ਨੇ ਜਿਹੜੀਆਂ ਬੂਹੇ ਵੱਲ ਸੀ, ਮੇਰਾ ਪੁੱਤ ਆਏਗਾ। ਉਹ ਜੀ ਸਥਿਤੀ ਸੀ कि मरने के बाद भी मेरी आंखें खुली रही, इंतजार आदत पड़ी हुई थी इन्हें इंतजार की, पुत नूं उड़ीक रही है। तो उस तो बाद मैनू भी पता लग गया, मैं इमीजिएटली आ गया। मैं वो मुंडे नूं टैलीफोन किया जी, सच्चाई है जी। बड़ा मेरी रोन हाकी हालत सी कि तेरी माँ गुजर गई जी। वो चिंता जी च मैनू पुछदा है कदों गुजरी है जी। मैं खिजिया पिया सां, बहुत खिजिया पिया सी। मैं उन्होंने ਜਿਹੜੇ ਜਵਾਬ ਦਿੱਤਾ ਮੈਂ ਉਹ ਸਾਂਝਾ ਕਰਦਾ ਜੀ। ਮੈਂ ਉਹਨੂੰ ਕਿਹਾ ਸੀ ਵੀ ਇਹ ਤੇਰੀ ਮਾਂ ਮਰ ਉਦੋਂ ਗਈ ਸੀ ਜਿੱਦਾਂ ਇੱਥੇ ਆ ਗਈ, ਇਹਨੇ ਹੁਣ ਤਾਂ ਆਖਰੀ ਸਾਹ ਲਏ ਨੇ ਅੱਧਾ ਘੰਟਾ ਪਹਿਲਾਂ। ਸੱਚਾਈ ਇਹ ਹੈ ਕਿ ਜਦੋਂ ਇਹ ਜੀ ਪੋਜੀਸ਼ਨ ਸਾਡੀ ਵੀ ਆ ਜਾਂਦੀ ਹੈ ਨਾ ਸਾਹਮਣੇ, ਤੇ ਉਦੋਂ ਰੋਣਾ ਨਿਕਲਦਾ ਹੈ ਵੀ ਇਸ ਤਰੀਕੇ ਨਾਲ ਮਾਂ ਬਾਪ ਦੀ ਦੁਰਗਤੀ ਔਲਾਦ ਕਰ ਰਹੀ ਹੈ। ਬਿਲਕੁਲ ਮੋਹਨ ਜੀ, ਜੇ ਅਸੀਂ ਗੱਲ ਕਰਦੇ ਹਾਂ ਪੂਰੇ ਭਾਰਤ ਦੀ ਤੇ 728 ਦੇ ਜਿਹੜੇ ਨੇ ਰਜਿਸਟਰ ਜਿਹੜੇ ਨੇ ਬਿਰਧ ਆਸ਼ਰਮ ਹੈਗੇ ਨੇ, ਔਰ ਉਸ ਤੋਂ ਇਲਾਵਾ 547 ਆਸ਼ਰਮ ਇਹ ਜਿਹੜੇ ਜਿਨ੍ਹਾਂ ਦੀ ਪੂਰਨ ਜਾਣਕਾਰੀ ਸਾਡੇ ਕੋਲ ਅਵੇਲੇਬਲ ਹੈ, ਔਰ 325 ਆਸ਼ਰਮ ਇਹ ਨੇ ਜਿਹੜੇ ਕਿ ਕੋਈ ਪੈਸਾ ਨਹੀਂ ਲੈਂਦੇ, ਔਰ 95 ਆਸ਼ਰਮ ਜਿਹੜੇ ਨੇ ਉਹ ਪੈਸਾ ਲੈਂਦੇ ਨੇ, ਤੇ 119 ਆਸ਼ਰਮ ਇੱਦਾਂ ਦੇ ਨੇ ਜਿਹੜੇ ਪੈਸਾ ਕਹਿੰਦੇ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਦੇ ਦਿਓ, ਜੇ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ। ਦੇਖੋ ਜੇ ਅਸੀਂ ਗੱਲ ਕਰੀਏ ਕਿੰਨੇ ਜ਼ਿਆਦਾ 800 ਦੇ ਕਰੀਬ ਬਿਰਧ ਆਸ਼ਰਮ ਸਾਡੇ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਖੁੱਲ੍ਹ ਚੁੱਕੇ ਨੇ। ਦੇਖਿਆ ਜਾਵੇ ਤਾਂ ਇਹ ਬਿਰਧ ਆਸ਼ਰਮ ਜਿਹੜੇ ਨੇ ਇਹ ਵਿਦੇਸ਼ਾਂ ਦੀ ਦੇਣ ਹੈ, ਸਾਡੀ ਆਪਣੀ ਨਹੀਂ ਹੈਗੀ। ਪਰ ਸਾਡੇ ਸੂਬੇ ਵਿੱਚ, ਸਾਡੇ ਭਾਰਤ ਵਿੱਚ, ਸਾਡੇ ਇੱਥੇ ਰਾਜ ਦੇ ਵਿੱਚ ਕਿੱਦਾਂ ਹੀ ਆ ਗਏ ਨੇ, ਕਿੱਦਾਂ ਕਰ ਚੁੱਕੇ ਨੇ, ਕਿਉਂਕਿ ਸਾਡੇ ਤਾਂ ਘਰਾਂ ਦੇ ਵਿੱਚ ਇਹ ਸਿਖਾਇਆ ਜਾਂਦਾ ਕਿ ਮਾਂ ਹੈ ਰੱਬ ਦਾ ਰੂਪ ਦੂਜਾ, ਗਾਣਾ ਵੀ ਹੁਣੇ ਸੁਣਿਆ ਅਸੀਂ, ਹੈ ਨਾ। ਫਿਰ ਸਾਡੇ ਸਮਾਜ ਦੇ ਵਿੱਚ ਕਿੱਥੋਂ ਆ ਚੁੱਕੇ ਨੇ? ਨੀਤੂ ਜੀ, ਇਹ ਵੀ ਬੜਾ ਗੰਭੀਰ ਪ੍ਰਸ਼ਨ ਹੈ। ਅਸੀਂ ਬਿਰਧ ਆਸ਼ਰਮ ਉਸ ਧਰਤੀ ਤੇ ਖੁੱਲੇ ਹੋਏ ਨੇ ਜੀ ਜਿੱਥੇ ਸਰਬਣ ਵਰਗੇ ਪੁੱਤ ਪੈਦਾ ਹੋਏ ਨੇ ਜੀ, ਤੇ ਇਸ ਵੇਲੇ ਜਿਹੜੀਆਂ ਸਰਬਣ ਪੁੱਤ ਦੀਆਂ ਬਹਿੰਗੀਆਂ ਸੀ ਉਹ ਬਹੁਤ ਉਦਾਸ ਨੇ ਜੀ। ਉਹ ਬਹਿੰਗੀਆਂ ਨੇ ਜਿਹੜੀਆਂ ਸਰਬਣ ਪੁੱਤ ਹੈ ਜਿਹੜਾ ਆਪਣੇ ਮਾਂ ਬਾਪ ਨੂੰ ਤੀਰਥ ਸਥਾਨ ਕਰਾ ਰਿਹਾ, ਉਹ ਤਾਂ ਸੁਪਨੇ ਜਿਹੇ ਵਰਗੇ ਗੱਲਾਂ ਨੇ। ਇਹ ਗੱਲਾਂ ਨੂੰ ਰੋਜ਼ ਹੀ ਦੁਖਦੀਆਂ। ਦਰਅਸਲ ਇਹ ਹੈ ਸਰ, ਜਿਹੜਾ ਸੰਤਾਪ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਇੱਕ ਪਦਾਰਥਕ ਦੌੜ ਹੈ ਜਿਹੜੀ, ਉਹਦੇ ਵਿੱਚ ਪਦਾਰਥਕ ਦੌੜ 'ਚ ਪੈਸਾ ਤਾਂ ਹੋ ਗਿਆ ਭਾਰੂ ਜੀ, ਤੇ ਜਿਹੜੇ ਰਿਸ਼ਤੇ ਨੇ ਉਹ ਪਾਣੀ ਤੋਂ ਵੀ ਪਤਲੇ ਹੋ ਗਏ ਜੀ। ਜਦੋਂ ਕਿਉਂਕਿ ਮੈਂ ਤਾਂ ਆਪ ਇੱਕ ਬਿਰਧ ਆਸ਼ਰਮ ਦਾ ਸੰਚਾਲਕ ਹਾਂ, ਇਸ ਸੱਚਾਈ ਮੈਂ ਕਹਾਂਗਾ ਵੀ ਬਿਰਧ ਆਸ਼ਰਮ ਸਾਡੇ ਸਮਾਜ ਦੇ ਉੱਤੇ ਧੱਬਾ ਨੇ। ਠੀਕ ਹੈ, ਇਹ ਵਿਦੇਸ਼ਾਂ 'ਚੋਂ ਇੱਧਰ ਆ ਗਏ, ਪਰ ਵਿਦੇਸ਼ਾਂ ਦੇ ਜਿਹੜੇ ਬਿਰਧ ਆਸ਼ਰਮ ਨੇ ਤੇ ਇੱਥੇ ਦੇ ਬਿਰਧ ਆਸ਼ਰਮ ਜ਼ਮੀਨ ਅਸਮਾਨ ਦਾ ਅੰਤਰ ਹੈ। ਦੂਜਾ ਇਹ ਹੈ ਵੀ ਜੇ ਸੱਚਾਈ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਕਲੰਕ ਹੈ ਸਮਾਜ ਦੇ ਮੱਥੇ ਤੇ, ਧੱਬਾ ਹੈ। ਪਰ ਜੇ ਇਹ ਨਾ ਖੁੱਲੇ ਹੋਣ ਜੀ, ਮੈਂ ਅਕਸਰ ਇੱਕ ਸੀਨੀਅਰ ਅਧਿਕਾਰੀ ਨਾਲ ਵੀ ਇਹ ਗੱਲ ਕਰਦਾ ਸਾਂ ਵੀ ਜੇ ਇਹ ਨਾ ਖੁੱਲੇ ਹੋਏ ਹੁੰਦੇ ਤਾਂ ਜਿਹੜੇ ਬਜ਼ੁਰਗਾਂ ਨੂੰ ਘਰੋਂ ਧੱਕੇ ਦੇ ਕੇ ਕੱਢਿਆ ਜਾਂਦਾ ਉਹ ਜਾਂਦੇ ਕਿੱਥੇ? ਉਹ ਖੂਹ ਖਾਤੇ ਗੰਦੇ ਕਰਦੇ ਜੀ। ਤੇ ਨਾਲ ਉਹਨਾਂ ਨੂੰ ਮੈਂ ਕਹਿ ਰਿਹਾ ਸਾਂ
ਵੀ ਜਿਹੜੇ ਬਿਰਧ ਆਸ਼ਰਮ ਨੇ ਇਹ ਕ੍ਰਾਈਮ ਗ੍ਰਾਫ ਨੂੰ ਘੱਟ ਕਰਨ ਵਾਸਤੇ ਸਹਾਈ ਬਣ ਰਹੇ ਨੇ। ਸਹਾਰਾ ਤਾਂ ਦੇ ਰਹੇ ਨੇ ਨਾ, ਰੋਟੀ ਤਾਂ ਦੇ ਰਹੇ ਨੇ, ਉਹਨਾਂ ਨੂੰ ਛੱਤ ਤਾਂ ਦੇ ਰਹੇ ਨੇ ਨਾ। ਇਹ ਤਾਂ ਇੱਕ ਚੀਜ਼ ਹੈਗੀ ਹੈ ਜਿਹੜੀ ਮੈਂ ਕਹਿਣਾ, ਪਰ ਉਹਨਾਂ ਦੀ ਮਜਬੂਰੀ ਹੈ। ਜਿਹੜੇ ਬਜ਼ੁਰਗ ਸਾਡੇ ਕੋਲੇ ਆਉਂਦੇ ਨੇ ਨਾ, ਜੇ ਅਸੀਂ ਕਹੀਏ ਵੀ ਉਹਨਾਂ ਨੂੰ ਘਰ ਵਰਗਾ ਸਭ ਕੁਝ ਦੇ ਦਾਂਗੇ, ਉਹ ਉਹਨਾਂ ਦੀ ਪੋਜੀਸ਼ਨ ਉਹੀ ਹੁੰਦੀ ਹੈ ਕਿ ਮਰਨੇ ਕੇ ਬਾਅਦ ਵੀ ਮੇਰੀ ਆਂਖੇਂ ਖੁੱਲੀ ਖੁੱਲੀ, ਉਹ ਉਡੀਕਦੇ ਨੇ ਆਪਣੀ ਔਲਾਦ ਨੂੰ। ਸੱਚਾਈ ਤੁਹਾਨੂੰ ਇਹ ਵੀ ਦੱਸਦੇ ਆ ਇੱਕ, ਕਿਉਂਕਿ ਮੈਂ ਤਾਂ ਬਿਰਧ ਆਸ਼ਰਮ ਦਾ ਸੇਵਾ ਕਰਦਾ, ਬਾਹਰੋਂ ਲੋਕ ਆਉਂਦੇ ਨੇ, ਲੋਕ ਜਦੋਂ ਆਉਂਦੇ ਨੇ ਨਾ ਉਹਨਾਂ ਨੂੰ ਕੰਬਲ ਵਗੈਰਾ ਦੇ ਜਾਂਦੇ ਨੇ, ਜੇ ਲੇਡੀਜ਼ ਨੇ ਸੂਟ ਦੇ ਜਾਂਦੇ ਨੇ, ਉਹ ਕੰਬਲ ਨੇ ਜਿਹੜੇ ਨਾ ਗਿਣਤੀ ਗਿਣੀ ਜਾਂਦੇ ਰੱਖੇ, ਆਪਣੀਆਂ ਅਲਮਾਰੀਆਂ 'ਚ ਸਾਂਭਦੇ ਨੇ। ਇਹ ਸੱਚਾਈ ਦੱਸਦਾ ਵੀ ਉਹਨਾਂ ਦਾ ਕੀ ਰਿਸ਼ਤਾ ਹੈ ਉਹਨਾਂ ਦੇ ਨਾਲ, ਜਿਨ੍ਹਾਂ ਨੇ ਉਹਨਾਂ ਨੂੰ ਡੇਲਿਆਂ ਬੱਟਿਆਂ ਨਹੀਂ ਸਹਿਣਿਆ। ਫਿਰ ਉਹ ਜਦੋਂ ਮਹੀਨਾ 2 ਮਹੀਨੇ ਹੁੰਦੇ ਨੇ ਨਾ, ਫਿਰ ਸਾਨੂੰ ਕਹਿੰਦੇ ਨੇ ਜੀ ਅਸੀਂ ਜਰਾ ਘਰ ਗੇੜਾ ਮਾਰ ਆਈਏ। ਉੱਧਰੋਂ ਕੋਈ ਆਉਂਦਾ ਨਹੀਂ, ਉਹ ਫਿਰ ਜਿਹੜੇ ਕੰਬਲ ਵਗੈਰਾ ਨੇ ਉਹ ਲੈ ਕੇ ਜਾਂਦੇ ਨੇ ਨਾਲ ਉਹਨਾਂ ਨੂੰ ਦੇਣ ਵਾਸਤੇ। ਦੇਖੋ ਉਹਨਾਂ ਦਾ ਧਿਆਨ ਫਿਰ ਬੱਚਿਆਂ ਵੱਲ, ਅਸੀਂ ਉੱਥੋਂ ਦੇਖਦੇ ਹਾਂ ਵੀ ਦੇਖੋ ਇਹ ਤੇ ਇਹਨਾਂ ਨੇ ਤਿਨਕਾ ਕਰਕੇ ਪਹਿਲਾਂ ਵੀ ਘਰ ਜੋੜਿਆ, ਤਿਨਕੇ 'ਚ ਹੁਣ ਵੀ ਵਿੱਚ ਤਿਨਕਾ ਪਾ ਰਹੇ ਜੀ। ਹੁਣ ਇਹਨਾਂ ਦੀ ਪੋਜੀਸ਼ਨ ਤਾਂ ਇਹ ਹੈ, ਤੇ ਉਹ ਉਹਨਾਂ ਕੋਲੇ ਆਉਂਦੇ ਵੀ ਨਹੀਂ ਹਨ। ਡੈਡੀ ਜੇ ਕੋਈ ਆਉਂਦਾ ਵੀ ਹੈ, ਡੈਡੀ ਖੁਸ਼ ਹੋ ਠੀਕ ਹੋ, ਇਸ ਤਰੀਕੇ ਦੀ ਜਿਹੜੀ ਹੈ ਸਥਿਤੀ ਬਣੀ ਹੋਈ ਹੈ। ਮੋਹਨ ਜੀ, ਤੁਸੀਂ ਗੱਲ ਕੀਤੀ ਹੈ ਕਿ ਬਿਰਧ ਆਸ਼ਰਮ ਜਿਹੜੇ ਆ ਉਹ ਸਮਾਜ ਤੇ ਕਲੰਕ ਨੇ। ਇੱਕ ਪਾਸੇ ਚੰਗੀ ਗੱਲ ਵੀ ਹੈ ਕਿ ਉਹਨਾਂ ਨੂੰ ਸਹਾਰਾ ਮਿਲਦਾ ਹੈ, ਤੇ ਮੈਂ ਜਾਣਨਾ ਚਾਹੁੰਦਾ ਕਿ ਬਿਰਧ ਆਸ਼ਰਮ ਜਿਹੜੇ ਆ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ। ਇੱਕ ਉਹ ਜਿਹੜੇ ਲੋਕੀ ਧੱਕਾ ਦੇ ਦਿੰਦੇ ਆ ਆਪਣੇ ਬਜ਼ੁਰਗਾਂ ਨੂੰ ਤੇ ਉਹ ਬਿਰਧ ਆਸ਼ਰਮ ਜਾਂਦੇ ਆ, ਇੱਕ ਉਹ ਜਿਹੜੇ ਆਪ ਜਾਣਾ ਚਾਹੁੰਦੇ ਨੇ। ਦੇਖੋ ਜਿੱਥੋਂ ਤੱਕ ਅਸੀਂ ਆਪਣੀ ਧਰਤੀ ਤੇ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ ਨਾ ਜੀ, 166 ਦੇ ਲਾਗੇ ਚਾਗੇ ਹੈਗੇ ਨੇ, ਉਹ 2-3 ਕੈਟੇਗਰੀਆਂ ਬਣੀਆਂ ਹੋਈਆਂ ਜੀ। ਇੱਕ ਤੇ ਇਸ ਤਰੀਕੇ ਨਾਲ ਵੀ ਕੁਛ ਤਾਂ ਬਜ਼ੁਰਗ ਇੰਜ ਵੀ ਹੈਗੇ ਨੇਗੇ ਵੀ ਜਿਹੜੇ ਆਪ ਹੀ ਆਪਣੇ ਵਲੰਟੀਅਰ ਲਈ ਤੇ ਪੈਨਸ਼ਨ ਵਗੈਰਾ ਵੀ ਹੈਗੀ, ਚੰਗੇ ਸਾਧਨ ਉਹਨਾਂ ਕੋਲ ਵਿੱਤੀ ਸਾਧਨ ਵੀ ਹੈਗੇ ਨੇ, ਪਰ ਉਸ ਮਾਹੌਲ ਤੋਂ ਟੁੱਟ ਕੇ ਜਾਂਦੇ ਨੇ ਤੇ ਉਹ ਪੇਡ ਨੇ, ਪੇ ਕਰਦੇ ਨੇ, ਉਹ ਆਪਣਾ ਕਮਰਾ ਲਿਆ ਹੋਇਆ ਉਹਨਾਂ ਨੇ, ਇੱਕ ਤੇ ਇਸ ਤਰੀਕੇ ਦੇ ਨੇ। ਅੱਛਾ, ਦੂਸਰੇ ਜਿਵੇਂ ਮੈਂ ਜਿੱਥੇ ਦਾ ਸੇਵਾਦਾਰ ਹਾਂ ਜੀ, ਉੱਥੇ ਮੈਂ ਗੱਲ ਕਰਾਂਗਾ ਵੀ ਸਾਡਾ ਜਿਹੜਾ ਕਰਮ ਹੈ ਨਾ ਉਹ ਇਸ ਤਰੀਕੇ ਨਾਲ ਹੈ ਵੀ ਇੱਕ ਤਾਂ ਪੈਸੇ ਮੰਗੇ ਜਾਂਦੇ ਨੇ ਇੰਚ, ਜਿਹੜੇ ਪੈਸੇ ਮੰਗ ਕੇ ਨਾ ਜੇ ਕੋਈ ਆਪਣੀ ਜੇਬ 'ਚ ਪਾਉਂਦਾ ਹੈ, ਨਿੱਜ ਨਾਲ ਜੋੜਦਾ ਉਸ ਪੈਸੇ ਨੂੰ ਮੰਗ ਕੇ ਇੰਚ, ਉਹਨੂੰ ਅਸੀਂ ਭਿਖਾਰੀ ਕਹਿੰਦੇ ਹਾਂ, ਮੰਗਤਾ ਕਹਾਂਗੇ। ਪਰ ਜੇ ਕੋਈ ਪੈਸੇ ਇੰਚ ਮੰਗਦਾ ਹੈ, ਜੇਬ 'ਚ ਨਹੀਂ ਪਾਉਂਦਾ, ਤੇ ਉਹਨਾਂ ਲਈ ਵਰਤਿਆ ਜਾਂਦਾ ਹੈ, ਤਾਂ ਉਹਨੂੰ ਅਸੀਂ ਦਾਤਾ ਕਹਾਂਗੇ। ਅਸੀਂ ਦਾਤਾ ਬਣ ਕੇ ਨਾ ਮੰਗਦੇ ਹਾਂ, ਬਿਨਾਂ ਕੋਈ ਸੰਕੋਚ ਤੋਂ ਕਹਿੰਦੇ ਹਾਂ, ਪਰ ਆਪਣੇ ਲਈ ਨਹੀਂ, ਉਹਨਾਂ ਬਜ਼ੁਰਗਾਂ ਲਈ ਮੰਗਦੇ ਹਾਂ, ਤੇ ਉਹਨਾਂ ਤੋਂ ਕੋਈ ਪੈਸਾ ਲੈਣ ਦਾ ਮਤਲਬ ਹੀ ਕੋਈ ਨਹੀਂ ਹੈ, ਤੇ ਉਹਨਾਂ ਦੀ ਅਸੀਂ ਸੇਵਾ ਤੇ ਲੱਗੇ ਹੋਏ ਹਾਂ। ਇਸ ਤਰੀਕੇ ਨਾਲ ਹੈਗਾ, ਜਿੰਨਾ ਕੁ ਅਸੀਂ ਕਰ ਸਕਦੇ ਹਾਂ ਆਪਣੀ ਸਮਰੱਥਾ ਅਨੁਸਾਰ, ਜਿੰਨਾ ਕਰ ਸਕਦੇ ਹਾਂ ਅਸੀਂ ਕਰਦੇ ਹਾਂ। ਮੋਹਨ ਜੀ, ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ 33% ਜਿਹੜੇ ਬਜ਼ੁਰਗ ਨੇ ਉਹ ਇੱਦਾਂ ਨੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹਾਂ, ਆਪਣੇ ਬੱਚਿਆਂ ਦੇ ਕੋਲ ਰਹਿੰਦੇ ਹਾਂ, ਤੇ ਸਾਨੂੰ ਉਹਦੇ ਬਦਲੇ, ਰੋਟੀ ਦੇ ਬਦਲੇ ਉਹਨਾਂ ਦੇ ਜਿਹੜੇ ਪੋਤਾ ਪੋਤੀ ਹੈ, ਉਹਨਾਂ ਦੇ ਬੱਚੇ, ਉਹਨਾਂ ਨੂੰ ਸਾਂਭਣਾ ਪੈਂਦਾ। ਇਹ ਮੈਂ ਤੁਹਾਡੀ ਇਸ ਗੱਲ ਦੇ ਨਾਲ ਨਾ ਥੋੜ੍ਹਾ ਜਿਹਾ ਨਾਖੁਸ਼ ਵੀ ਹੈਗੀ ਹਾਂ, ਕਿਉਂਕਿ ਇੱਕ ਤਾਂ ਜ਼ਿੰਮੇਵਾਰੀ ਹੈ, ਕਿਉਂਕਿ ਜੋ ਬੱਚੇ ਹੈ ਨਾ ਉਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਮਾਂ-ਬਾਪ ਕੋਲ ਨਹੀਂ ਸਿੱਖਣੀਆਂ। ਜਿਹੜੇ ਰੋਜ਼ ਜਿਹੜੇ ਨੇ ਆਪਣੇ ਦਫ਼ਤਰਾਂ ਵਿੱਚ ਜਾਂਦੇ ਨੇ, ਉਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਸਿੱਖਣੀਆਂ ਨੇ ਆਪਣੇ ਬਜ਼ੁਰਗਾਂ ਦੇ ਕੋਲੋਂ, ਆਪਣੇ ਦਾਦਾ ਦਾਦੀ ਦੇ ਕੋਲੋਂ। ਜੇ ਕਿਤੇ ਦਾਦਾ ਦਾਦੀ ਕਹਿ ਵੀ ਦਿੰਦੇ ਨੇ ਵੀ ਹਾਂ ਅਸੀਂ ਨਹੀਂ ਸਾਂਭ ਸਕਦੇ ਤੁਹਾਡੇ ਨਿਆਣੇ, ਤਾਂ ਮੈਂ ਤਾਂ ਕਹਿੰਦੀ ਧੱਕੇ ਨਾ ਫੇਰ ਦਿਓ, ਕਿਉਂਕਿ ਸਿਖਾਉਣਾ ਤਾਂ ਦਾਦਾ ਦਾਦੀ ਨੇ ਨਾ ਬੱਚਿਆਂ ਨੂੰ, ਕਿਉਂਕਿ ਮਾਂ-ਬਾਪ ਕੋਲ ਤਾਂ ਇੰਨਾ ਸਮਾਂ ਨਹੀਂ ਹੈ। ਪਰ ਕਿਤੇ ਨਾ ਕਿਤੇ ਆ ਕੇ ਇਹ ਵੀ ਤਾਂ ਦੇਖਿਆ ਜਾਂਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਇੱਕ ਚਿੜਚਿੜਾਪਣ ਨਜ਼ਰ ਆਉਂਦਾ ਅੱਜ ਕੱਲ੍ਹ, ਉਹ ਕਿਤੇ ਇਹਦਾ ਮੁੱਖ ਕਾਰਨ ਤਾਂ ਨਹੀਂ ਹੈ ਕਿ ਬਜ਼ੁਰਗ ਇਸ ਚਿੜਚਿੜੇਪਣ ਦੇ ਕਰਕੇ ਆਪਣੇ ਆਪ ਨੂੰ ਇਕੱਲਾ ਵੀ ਮਹਿਸੂਸ ਕਰਦੇ ਨੇ, ਇਕੱਲਾ ਵੀ ਸਮਝਦੇ ਨੇ, ਤੇ ਨਾਲ ਨਾਲ ਫਿਰ ਬਿਰਧ ਆਸ਼ਰਮ ਵੱਲ ਜਾਣ ਨੂੰ ਉਹਨਾਂ ਦਾ ਝੁਕਾਅ ਜਿਹੜਾ ਵਾ ਉਹ ਵੱਧ ਜਾਂਦਾ। ਦੋ ਗੱਲਾਂ ਮੈਂ ਤੁਹਾਨੂੰ ਇੱਥੋਂ ਗੱਲ ਕਹਾਂਗਾ। ਇੱਕ ਤੇ ਹੈ ਵੀ ਜਿਹੜਾ ਅਸਲੀ ਬਜ਼ੁਰਗਾਂ ਦੇ ਨਾਲ ਜਿਵੇਂ ਕਿਹਾ ਜਾਂਦਾ ਨਾ ਕਿ ਮੂਲ ਨਾਲੋਂ ਵਿਆਜ ਪਿਆਰਾ, ਜੀ ਬਿਲਕੁਲ, ਅਸਲੀ ਪੋਤਾ ਪੋਤੀ ਨਾਲ ਹੈ ਜਿਹੜੇ ਬਜ਼ੁਰਗ ਜੁੜੇ ਹੁੰਦੇ ਨੇ, ਮੋਹ ਹੁੰਦਾ, ਬਹੁਤ ਜ਼ਿਆਦਾ ਮੋਹ ਹੁੰਦਾ ਹੈ। ਤੇ ਇੱਕ ਬੰਗਲੌਰ 'ਚ ਪਿੱਛੇ ਜੇ ਸਰਵੇਖਣ ਹੋਇਆ ਸੀ, ਉਹਦੇ ਵਿੱਚ ਕੁਝ ਬੱਚੇ ਤਾਂ ਛੱਡੇ ਗਏ ਦਾਦਾ ਦਾਦੀ ਕੋਲੇ ਸਰਵੇਖਣ ਲਈ, ਕੁਝ ਛੱਡੇ ਗਏ ਮਾਂ-ਬਾਪ ਕੋਲੇ, ਤੇ ਮਾਂ-ਬਾਪ ਦੀ ਜਿਹੜੇ ਸਰਵਿਸ ਕਰਦੇ ਸੀ, ਤੇ ਜਿਹੜੇ ਸਰਵੇਖਣ 'ਚ ਜਿਹੜੀ ਗੱਲ ਆਈ ਉਹ ਇਹ ਆਈ ਵੀ ਜਿਹੜੇ ਦਾਦਾ ਦਾਦੀ ਕੋਲੇ ਨੇ ਉਹਨਾਂ ਕੋਲੇ ਸੰਸਕਾਰ ਨੇ, ਆਗਿਆਕਾਰੀ ਨੇ, ਮਿਹਨਤੀ ਨੇ, ਜ਼ਿੰਦਗੀ 'ਚ ਜਿਉਣਾ ਕਿਵੇਂ ਹੈ, ਨੈਤਿਕ ਕਦਰਾਂ ਕੀਮਤਾਂ ਉਹਨਾਂ ਦੇ ਅੰਗ ਸੰਗ ਨੇ। ਪਰ ਦੂਜੇ ਬੰਨੇ ਜਿਹੜੇ ਇਸ ਤਰੀਕੇ ਦੇ ਨੇ ਕੁਛ, ਕਿਉਂਕਿ ਘਰ ਜਦੋਂ ਛੱਡਤੇ
ਤੇ ਉਹ ਕਦੇ ਟੀਵੀ ਦੇਖ ਲਿਆ, ਕਦੇ ਜਿਹੜਾ ਆਇਆ ਉਹਦੇ ਨਾਲ ਮਿਲ ਲਿਆ, ਜਾਂ ਕੋਈ ਚੰਗੇ ਸੰਸਕਾਰ ਨਹੀਂ ਉਹਨੂੰ ਮਿਲ ਸਕੇ। ਬਿਲਕੁਲ। ਤੇ ਇਸ ਤਰੀਕੇ ਨਾਲ ਹੈ ਅਸਲੀ ਜਿਹੜੇ ਸੰਸਕਾਰ ਮਿਲਦੇ ਨੇ ਉਹ ਆਉਂਦੀ ਉੱਪਰੋਂ ਥੱਲੇ ਨੂੰ ਨੇ, ਦਾਦੀ ਤੋਂ ਆਉਂਦੇ ਨੇ, ਤੇ ਜਿਹੜੇ ਬਜ਼ੁਰਗ ਨੇ ਉਹ ਜੜ੍ਹਾਂ ਨੇ। ਅਸੀਂ ਉੱਪਰਲੀਆਂ ਟਾਹਣੀਆਂ ਨੂੰ ਤਾਂ ਦੇਖ ਰਹੇ ਹਾਂ, ਪਰ ਇਹ ਨਹੀਂ ਦੇਖਦੇ ਵੀ ਇਹ ਟਾਹਣੀਆਂ ਨੇ ਜਿਹੜੀਆਂ ਹਰੀਆਂ ਨੇ ਤਾਂ ਜੜ੍ਹਾਂ ਕਰਕੇ ਨੇ। ਅਸੀਂ ਜਿਹੜੀ ਪੀੜ੍ਹੀ ਹੈ ਅੱਜ ਦੀ ਪੀੜ੍ਹੀ ਉਹ ਇਹ ਭੁੱਲ ਗਈ ਹੈ। ਦਰਅਸਲ ਮੈਂ ਇਹ ਗੱਲ ਕਹਾਂਗਾ ਵੀ ਜੇ ਦਰਖਤ ਦੇ ਟਾਹਣੀਆਂ ਹਰੀਆਂ ਨੇ, ਟਾਹਣੇ ਹੋਰ ਨਿਕਲ ਰਹੇ ਨੇ, ਪੱਤੇ ਹੋਰ ਨਿਕਲ ਰਹੇ ਨੇ, ਉਹ ਜੜ੍ਹਾਂ ਕਰਕੇ ਨਿਕਲ ਰਹੇ ਨੇ। ਇੱਥੇ ਇੱਕ ਗੱਲ ਆਏਗੀ ਜਦੋਂ ਤੁਸੀਂ ਇਕਲਾਪੇ ਦੀ ਗੱਲ ਕਰਦੇ। ਮੈਂ ਇਕਲਾਪੇ ਬਾਰੇ ਵੀ ਇਹ ਗੱਲ ਕਹਾਂਗਾ ਵੀ ਇੱਥੇ ਫੇਰ ਜਿਹੜੇ ਨੈਤਿਕ ਕਦਰਾਂ ਕੀਮਤਾਂ ਵਾਲੀ ਗੱਲ ਵੀ ਆ ਗਈ। ਦੂਸਰਾ ਜਿਹੜੇ ਬੱਚੇ ਨੇ, ਅੱਜ ਦੀ ਜਿਹੜੀ ਪੀੜ੍ਹੀ ਹੈ, ਇਹ ਤਾਂ ਜਿਹੜੇ ਬਜ਼ੁਰਗ ਨੇ ਉਹ ਤਾਂ ਰੂਹਾਨੀਅਤ ਨਾਲ ਜੁੜੇ ਹੋਏ ਨੇ। ਜਿਹੜੀ ਅੱਜ ਦੀ ਪੀੜ੍ਹੀ ਹੈ ਇਹ ਵਿਵਹਾਰਵਾਦੀ ਹੈ, ਮੌਕੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੀ ਹੈ, ਢਾਲ ਲੈਂਦੀ ਹੈ ਜਿਸ ਤਰੀਕੇ ਨਾਲ ਦੇਖਣਾ ਹੈਗਾ ਨਾ। ਯਾਨੀ ਦੂਜੇ ਸ਼ਬਦਾਂ 'ਚ ਮੈਂ ਕਹਾਂਗਾ ਕਿ ਇਹ ਰਿਸ਼ਤੇ ਜਿਹੜੇ ਹੁਣ ਨੇ ਇਹ ਗਰਜਾਂ ਨਾਲ ਬਣੇ ਹੋਏ ਰਿਸ਼ਤੇ ਨੇ, ਲੋੜ ਨਾਲ ਬਣੇ ਹੋਏ ਰਿਸ਼ਤੇ ਨੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਸਰਵੇਖਣ ਯੂਨੀਵਰਸਿਟੀ ਵਾਲਾ ਵੀ ਦੱਸਿਆ, ਉਹ ਗਰਜਾਂ ਨਾਲ ਜੁੜੇ ਹੋਏ ਹੈਗੇ ਨੇ। ਅਸਲੀ ਰਿਸ਼ਤਾ ਤਾਂ ਜਿਹੜਾ ਹੈ ਨਾ ਉਹ ਗਰਜਾਂ ਨਾਲ ਨਹੀਂ, ਅਸਲੀ ਰਿਸ਼ਤਾ ਤਾਂ ਖੂਨ ਦਾ ਹੈ, ਮੋਹ ਦਾ ਹੈ, ਸਤਿਕਾਰ ਦਾ ਹੈ, ਆਪਣਤ ਦਾ ਹੈ। ਜੇ ਉਹ ਲੋਪ ਹੈ ਤਾਂ ਰਿਸ਼ਤੇ 'ਚ ਕੋਈ ਜਾਨ ਨਹੀਂ ਹੈ, ਦਮ ਨਹੀਂ ਹੈ। ਜੀ ਬਿਲਕੁਲ। ਮੋਹਨ ਜੀ, ਮੈਂ ਗੱਲ ਕਰਨੀ ਚਾਹਾਂਗਾ ਸੋਸ਼ਲ ਮੀਡੀਆ ਦੀ, ਕਿ ਸੋਸ਼ਲ ਮੀਡੀਆ ਜਿਹੜਾ ਆ ਉਹ ਬਜ਼ੁਰਗਾਂ ਦੇ ਸਨਮਾਨ ਵਿੱਚ ਕਿੰਨਾ ਕਸਰ ਪਾਉਂਦਾ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਬੜੇ ਤਰ੍ਹਾਂ ਦੇ ਨਾਟਕ ਜਿਹੜੇ ਆ ਉਹ ਪੇਸ਼ ਕੀਤੇ ਜਾਂਦੇ ਆ, ਵਿਖਾਏ ਜਾਂਦੇ ਆ, ਕਿ ਉਹਨਾਂ ਦਾ ਵੀ ਅਸਰ ਪੈਂਦਾ ਹੈ। ਦੂਸਰਾ ਮੇਰਾ ਸਵਾਲ ਹੈ ਕਿ ਟੈਕਨੋਲੋਜੀ ਜਿਹੜੀ ਆ, ਸੋਸ਼ਲ ਮੀਡੀਆ ਟੈਕਨੋਲੋਜੀ, ਬੱਚੇ ਆਪਣੇ ਮੋਬਾਈਲ ਦੇ ਵਿੱਚ ਬਿਜ਼ੀ ਰਹਿੰਦੇ ਆ, ਤੇ ਮਾਂ-ਬਾਪ ਜਿਹੜੇ ਆ ਉਹ ਇਕੱਲੇ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਉਹਨਾਂ ਨਾਲ ਗੱਲ ਤੱਕ ਨਹੀਂ ਕੀਤੀ ਜਾਂਦੀ। ਇਹ ਟੈਕਨੋਲੋਜੀ, ਸੋਸ਼ਲ ਮੀਡੀਆ ਕਿੰਨਾ ਕੁ ਅਸਰ ਪਾ ਰਿਹਾ? ਦੇਖੋ, ਪਿੱਛੇ ਜੇ ਨਾ ਇੱਕ ਸ਼ਾਇਦ ਤੁਸੀਂ ਪੜ੍ਹੀ ਹੋਵੇ, ਨਾਨਕ ਸਿੰਘ ਦੀ ਕਹਾਣੀ ਸੀ ਤਾਸ਼ ਦੀ ਬਾਜੀ ਜੀ। ਉਹਦੇ ਵਿੱਚ ਜਦੋਂ ਜਿਹੜੀ ਪੈ ਗਿਆ ਨਾ, ਜਿਹਨੂੰ ਭੁੱਸ ਪੈ ਗਿਆ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ, ਵੀ ਜਿਵੇਂ ਉਹ ਤਾਸ਼ ਦੇ ਜਿਹਨਾਂ ਨੂੰ ਭੁੱਸ ਪੈ ਜਾਂਦਾ ਉਹ ਫਿਰ ਤਾਸ਼ 'ਤੇ ਹੀ ਉਲਝੇ ਰਹਿੰਦੇ ਨੇ। ਹੋਰ ਕੋਈ ਰੋਟੀ ਵੀ ਹੈ, ਰੋਟੀ ਵੀ ਇੱਥੇ ਰੱਖ ਦਿਓ, ਰੋਟੀ ਵੀ ਮੈਂ ਖਾ ਲਾਂਗਾ, ਪਰ ਬਾਜੀ ਪਹਿਲਾਂ ਲਾਉਣੀਆਂ ਨੇ। ਉਹ ਇਸ ਤਰੀਕੇ ਨਾਲ ਹੀ ਹੈ ਜਿਹੜਾ ਇਸ ਵੇਲੇ ਸਾਡੀ ਜ਼ਿੰਦਗੀ ਦੇ ਉੱਤੇ ਸੋਸ਼ਲ ਮੀਡੀਆ ਜਿਹੜਾ ਭਾਰੂ ਹੋ ਚੁੱਕਿਆ। ਸੋਸ਼ਲ ਮੀਡੀਆ 'ਚ ਚਾਹੇ WhatsApp ਲੈ ਲਓ, ਚਾਹੇ Facebook ਲੈ ਲਓ, ਚਾਹੇ ਦੂਸਰੀ ਚੈਟਿੰਗ ਲੈ ਲਓ, ਉਹ ਚੈਟਿੰਗ ਹੋ ਰਹੀ ਹੈ। ਹੁਣ ਚੈਟਿੰਗ 'ਚੋਂ ਕੀ ਕੁਛ ਪਰੋਸਿਆ ਜਾ ਰਿਹਾ ਉਹ ਵੀ ਸਾਡੇ ਸਾਹਮਣੇ ਹੈ। ਉਹਦੇ ਵਿੱਚ ਜਿਹੜਾ ਇਸ ਵੇਲੇ ਹੈ, ਮੈਂ ਤੁਹਾਨੂੰ ਇਹ ਸੱਚਾਈ ਦੱਸਦਾ ਵੀ ਸੋਸ਼ਲ ਮੀਡੀਆ ਮੈਂ ਨਿੰਦ ਨਹੀਂ ਰਿਹਾ, ਉਸ ਲਾਭਦਾਇਕ ਗੱਲਾਂ ਵੀ ਉਹ ਤੋਂ ਨਿਕਲ ਰਹੀਆਂ ਨੇ, ਪਰ ਉਹਦੇ ਵਿੱਚੋਂ ਭਾਈ ਲਾਲੋ ਦੇ ਵਾਰਸ ਨਹੀਂ ਪੈਦਾ ਹੋ ਰਹੇ, ਮਲਕ ਭਾਗੋ ਦੇ ਵਾਰਸ ਪੈਦਾ ਹੋ ਰਹੇ ਨੇ ਉਹਨਾਂ ਦੇ ਵਿੱਚੋਂ। ਦੂਜੀ ਗੱਲ, ਕਿਉਂਕਿ ਬੀਜੀ ਨੇ ਉਹ ਤਾਂ ਜਿਹੜੀ ਇੱਕ ਹੈ ਜ਼ਿੰਦਗੀ ਦੀ ਪੜ੍ਹਾਈ, ਇੱਕ ਹੈ ਕਿਤਾਬੀ ਪੜ੍ਹਾਈ। ਜਿਹੜੀ ਤਾਂ ਕਿਤਾਬੀ ਪੜ੍ਹਾਈ ਹੈ ਇਹ ਤਾਂ ਉਹਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਕਿਤਾਬੀ ਪੜ੍ਹਾਈ 'ਚ ਵੀ ਪਹਿਲਾਂ ਪਾਠ ਦਿੱਤਾ ਜਾਂਦਾ ਹੈ, ਫਿਰ ਉਹਦੀ ਪ੍ਰੀਖਿਆ ਹੁੰਦੀ ਹੈ। ਜਿਹੜੀ ਜ਼ਿੰਦਗੀ ਦੀ ਪੜ੍ਹਾਈ ਹੈ ਇਹਦੇ ਵਿੱਚ ਪ੍ਰੀਖਿਆ ਪਹਿਲਾਂ ਹੁੰਦੀ ਹੈ, ਪਾਠ ਬਾਅਦ 'ਚ ਮਿਲਦਾ ਹੈ। ਜਦੋਂ ਠੋਕਰ ਵੱਜਦੀ ਹੈ ਨਾ, ਉਹ ਤੋਂ ਠੋਕਰ ਤੋਂ ਸਬਕ ਮਿਲਦਾ ਹੈ, ਤੇ ਠੋਕਰ ਹੈ ਜਿਹੜੀ ਉਹ ਜ਼ਿੰਦਗੀ ਦੀ ਪੜ੍ਹਾਈ ਦਿੰਦੀ ਹੈ। ਜ਼ਿੰਦਗੀ ਦੀ ਪੜ੍ਹਾਈ ਹੈ ਜਿਹੜੀ ਉਹ ਤਾਂ ਦੇਣੀ ਹੈ ਬਜ਼ੁਰਗਾਂ ਨੇ, ਉੱਥਾਂ ਉਹ ਹੋ ਗਿਆ ਅਲੋਪ ਚੈਪਟਰ। ਤੇ ਜਿਹੜੀ ਕਿਤਾਬੀ ਪੜ੍ਹਾਈ ਹੈ ਜਾਂ ਜਿਹੜੀ ਆ ਸੋਸ਼ਲ ਮੀਡੀਆ ਵਾਲੀ ਆ ਗਈ, ਉਹਦੇ ਨਾਲ ਬੱਚਿਆਂ ਨੂੰ ਜੇ ਤੁਸੀਂ ਕੰਮ ਵੀ ਕਹੋ ਨਾ, ਉਹ ਕੋਈ ਵੀ ਆਹ ਕੰਮ ਕਰਿਆ, ਪਾਣੀ ਦਾ ਗਲਾਸ ਵੀ ਲਾਇਆ, ਤਾਂ ਠਹਿਰੋ ਥੋੜ੍ਹਾ ਜਿਹਾ ਮੈਂ ਦੇਖ ਲਿਆ, ਥੋੜ੍ਹਾ ਜਿਹਾ ਕਰਤਾ, ਮੈਂ ਲਿੰਕ ਟੁੱਟ ਜਾਏਗਾ ਮੇਰਾ, ਤੇ ਉਹ ਲਿੰਕ ਪਹਿਲਾਂ ਹੈ ਤੇ ਉਹ ਜਿਹੜੀ ਆਵਾਜ਼ ਹੈ ਉਹ ਅਲੋਪ ਹੋ ਜਾਂਦੀ ਹੈ। ਪਹਿਲੀ ਇੱਕ ਗੱਲ ਤਾਂ ਮੈਂ ਇਹ ਕਹਾਂਗਾ। ਦੂਸਰੀ, ਸੋਸ਼ਲ ਮੀਡੀਆ ਦਾ ਨੀਤੂ ਜੀ, ਮੈਂ ਤਾਂ ਤੁਸੀਂ ਉਹ ਨਾ ਕਰਿਓ, ਮੈਂ ਇਹ ਵੀ ਕਹਿ ਰਿਹਾ ਕਿ ਸੋਸ਼ਲ ਮੀਡੀਆ ਦਾ ਇਫੈਕਟ ਹੈ ਜਿਹੜਾ ਨੂੰਹ ਸੱਸ ਦੇ ਰਿਸ਼ਤੇ ਤੇ ਵੀ ਆਇਆ ਹੋਇਆ। ਮੈਂ ਇਹ ਗੱਲ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਜ਼ਰੂਰ, ਕਿਉਂਕਿ ਇੱਕ ਉਮਰ ਦਾ ਪਾੜਾ ਇਹਦੇ ਵਿੱਚ ਆ ਜਾਂਦਾ ਨੇ। ਸਾਡੇ ਘਰ ਦੇ ਵਿੱਚ ਬਹੁਤ ਵਧੀਆ ਅਸੀਂ ਰਹਿੰਦੇ ਆਪਸ ਦੇ ਵਿੱਚ, ਨੂੰਹ ਸੱਸ ਏਦਾਂ ਦੀ ਕੋਈ ਗੱਲ ਨਹੀਂ ਹੈ, ਪਰ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਜੋੜਾਂਗੀ। ਕੀ ਹੁੰਦਾ ਹੈ ਕਿ ਨੂੰਹ ਨੇ ਸੱਸ ਨੂੰ ਮਾੜਾ ਚੰਗਾ ਕਹਿਤਾ, ਸੱਸ ਨੇ ਨੂੰਹ ਨੂੰ ਮਾੜਾ ਚੰਗਾ ਕਹਿਤਾ, ਉਹਨੂੰ ਬੋਲਣਾ ਨਹੀਂ ਆਉਂਦਾ, ਉਹਨੂੰ ਬੋਲਣਾ ਨਹੀਂ ਆਉਂਦਾ, ਜਿਹਦੇ ਨਾਲ ਕੀ ਹੁੰਦਾ, ਉਹ ਕਹਿੰਦੀ ਭਾਵੇਂ ਮੁੰਡਾ ਇੱਕ ਹੈ ਤੇ ਨੂੰਹ ਕਹਿੰਦੀ ਵੀ ਮੈਂ ਅਲੱਗ ਰਹਿਣਾ। ਮੈਂ ਇਹ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਨੂੰਹ ਸੱਸ ਦੀ, ਕਿ ਮਿੰਟੋ ਮਿੰਟੀ ਮਹੀਨੇ 2 ਮਹੀਨੇ 4 ਮਹੀਨਿਆਂ ਦੇ ਵਿੱਚ ਨੂੰਹ ਕਹਿੰਦੀ ਕਿ ਮੈਂ ਤਾਂ ਵੀ ਆਪਣੀ ਸੱਸ ਨਾਲ ਨਹੀਂ ਰਹਿ ਸਕਦੀ, ਮੈਨੂੰ ਅਲੱਗ ਚਾਹੀਦਾ ਹੈ ਘਰ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇੱਕ ਗੱਲ ਮੈਂ ਕਹਾਂਗਾ, ਕਿਉਂਕਿ ਇਹ ਵੀ ਮੈਂ ਨਿੱਜੀ ਅਨੁਭਵ ਦੇ ਆਧਾਰ ਤੇ ਗੱਲ ਕਰ ਰਿਹਾ। ਮੈਂ ਸੱਚਾਈ ਹੈ ਇਹ ਵੀ ਜਦੋਂ
ਮੁੰਡਾ ਵਿਆਹੁਣਾ ਹੁੰਦਾ ਨਾ, ਕੁੜੀ ਵਾਲੇ ਆਉਂਦੇ ਨੇ ਜੀ, ਤੇ ਉਹਦੇ ਵਿੱਚ ਬਾਪੂ ਨੂੰ ਅੱਗੇ ਕਰ ਦਿੰਦੇ ਆ ਬਿਲਕੁਲ, ਵੀ ਕਾਰ ਵੀ ਮੰਗ ਲੈ, ਇਹਨਾਂ ਸੋਨਾ ਵੀ ਮੰਗ ਲੈ, ਇਹ ਸਭ ਕੁਝ ਮੰਗ ਲੈ। ਜੇ ਉਹ ਸਾਰੇ ਕੁਝ ਦਾ ਕੈਲਕੂਲੇਸ਼ਨ ਅਸੀਂ ਕਰਦੇ ਹਾਂ, ਹੁਣ ਜਦੋਂ ਕੁੜੀ ਵਾਲਿਆਂ ਕੋਲੇ ਡਿਮਾਂਡਾਂ ਆ ਗਈਆਂ ਇੱਕੋ ਲਖਤੀ ਵੀ 25 ਲੱਖ 30 ਲੱਖ ਰੁਪਈਆ ਖਰਚ ਕਰਨਾ ਹੈ, ਤੇ ਆਰਥਿਕ ਸਾਧਨ ਕੁੜੀ ਵਾਲਿਆਂ ਕੋਲੇ ਨਹੀਂ ਹਨ, ਤੇ ਉਹ ਸ਼ਾਮ ਨੂੰ ਪਤੀ ਪਤਨੀ ਚਿੰਤਾ ਕਰਦੇ ਨੇ ਤੇ ਖੇਸ ਦੀ ਬੁੱਕਰ ਲਈ ਉੱਤੇ ਪਈ ਹੈ ਲੜਕੀ, ਉਹ ਸੁਣ ਰਹੀ ਹੈ ਬਾਪ ਦੇ ਹੋ ਕੇ, ਸੁਣ ਰਹੀ ਹੈ ਮਾਂ ਦੀਆਂ ਸਿਸਕੀਆਂ ਵੀ ਇੰਨਾ ਪੈਸਾ ਅਸੀਂ ਕਿੱਥੋਂ ਕਰਾਂਗੇ, ਫਲਾਣੇ ਥਾਂ ਤੋਂ ਵਿਆਜ ਲਈਏ, ਫਲਾਣੇ ਥਾਂ ਤੋਂ ਵਿਆਜ ਲਈਏ। ਉਹ ਜਦੋਂ ਨਾਲ ਐਂ ਵੀ ਕਹਿੰਦੇ ਨੇ ਵੀ ਮੁੰਡੇ ਦਾ ਬਾਪ ਮੰਗਦਾ ਹੈ, ਉਹ ਬਾਪ ਪ੍ਰਤੀ ਜਿਹੜੀ ਕੜਤਨ ਹੈ ਨਾ ਉਹ ਧੀ ਉੱਥੇ ਲੈ ਲੈਂਦੀ ਹੈ, ਜਿਹਨੇ ਨੂੰਹ ਬਣਨਾ ਜੀ ਜੀ, ਉਹਨੇ ਉਹ ਹੁਣ ਤੁਸੀਂ ਜੇ ਦੂਜੀ ਕੈਲਕੂਲੇਸ਼ਨ ਅਸੀਂ ਕਰਦੇ ਹਾਂ ਤਾਂ ਉਹਦੇ ਵਿੱਚ ਸੱਚਾਈ ਹੈ ਇਹ ਜੀ ਕਿ 60% ਤਾਂ ਵਿਆਹ ਦੇ ਵਿੱਚ ਬਰਾਤੀ ਖਾ ਜਾਂਦੇ ਨੇ ਪੈਲਸ ਤੋਂ ਲੈ ਕੇ ਬਾਕੀ ਤੇ 35% ਤੱਕ ਮੁੰਡੇ ਕੁੜੀ ਦੇ ਹਿੱਸੇ ਆਉਂਦਾ ਜਿਹੜੇ ਵਿਆਹੁਲੇ ਨੇ, ਉਹਨਾਂ ਦੇ ਹਿੱਸੇ ਤਾਂ 5% ਤੋਂ ਵੀ ਘੱਟ ਆ, ਛਾਪਾਂ ਛੁਪਾਂ ਜਿਹੀਆਂ ਆਉਂਦੀਆਂ ਨੇ, ਤੇ 5% ਦੇ ਪਿੱਛੇ ਬੈਰ ਉਹ ਪਾ ਲੈਂਦੇ ਨੇ। ਜਿਹੜੀ ਨੂੰਹ ਹੈ ਨਾ, ਜਿਹੜੀ ਕੜੀ ਹੈ ਕਰਦੀ, ਤੇ ਜੇ ਉਹ ਕੜਤਰੀ ਲੈ ਕੇ ਘਰ ਚ ਆਈ ਹੈ ਤਾਂ ਤੁਹਾਨੂੰ ਕੀ ਖਿਆਲ ਹੈ ਵੀ ਉਹ ਫੁੱਲ ਕਰੇਗੀ? ਫਿਰ ਬਿਲਕੁਲ। ਇਹਦੇ ਨਾਲ ਮੋਹਨ ਜੀ ਇੱਕ ਗੱਲ ਹੋਰ ਵੀ ਆ ਜਾਂਦੀ ਨੇ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਚੀਜ਼ ਸਾਡੇ ਸਮਾਜ ਦੇ ਵਿੱਚੋਂ ਪਹਿਲਾਂ ਤਾਂ ਨਿਕਲਣੀ ਚਾਹੀਦੀ ਹੈ। ਆ ਕਰੋਨਾ ਦੇ ਕਰਕੇ ਕਿੰਨਾ ਚੰਗਾ ਹੋਣ ਲੱਗ ਪਿਆ ਸੀ ਨਾ ਕਿ ਵਿਆਹ ਜਿਹੜੇ ਨੇ 4-5 ਬੰਦੇ ਜਾ ਕੇ ਵਿਆਹ ਕੇ ਲੈ ਆਓ, ਸਾਰਾ ਕੁਝ ਹੀ 4-5 ਨਹੀਂ ਵੀ ਇਕੱਲੇ ਮੁੰਡੇ ਦੇ ਵੀ ਕੇਸ ਆਏ ਨੇ ਜੀ ਸਾਹਮਣੇ, ਇਕੱਲੇ ਗਏ। ਔਰ ਇਹੋ ਜਿਹਾ ਮਾਹੌਲ ਜੇ ਪੈਦਾ ਹੋ ਜਾਵੇ, ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਕਾਫੀ ਪਾੜੇ ਜਿਹੜੇ ਉਹ ਠੀਕ ਹੋ ਸਕਦੇ ਨੇ। ਗੱਲ ਕਰਦੇ ਹਾਂ ਹੁਣ ਅਸੀਂ ਆਪਣੇ ਇਸ ਦੀ ਕਿ ਅਸੀਂ ਫਾਦਰ ਡੇ, ਮਦਰ ਡੇ ਸਾਡੇ ਸਮਾਜ ਦੀ ਦੇਣ ਨਹੀਂ ਹੈਗੀ, ਪਰ ਅਸੀਂ ਮਨਾਉਂਦੇ ਹਾਂ, ਭਾਵੇਂ ਪੱਛਮੀ ਸੱਭਿਅਤਾ ਤੋਂ ਹੀ ਸਾਡੇ ਵਿੱਚ ਆਇਆ। ਅਸੀਂ ਕੀ ਕਰਦੇ ਹਾਂ ਵੀ ਇੱਕ ਸੈਲਫੀ ਲਈ ਸੋਹਣੀ ਜੀ ਮਾਂ ਦੇ ਨਾਲ ਜਾਂ ਪਿਓ ਦੇ ਨਾਲ, ਅੱਜ ਫਾਦਰ ਡੇ ਹੈ, ਅੱਜ ਮਦਰ ਡੇ ਹੈ, ਤੇ ਅਸੀਂ ਜਿਹੜੀ ਫੋਟੋ ਨਾ ਉਹ ਸੋਸ਼ਲ ਮੀਡੀਆ ਤੇ ਪਾਉਣੀ ਹੈ। ਕੀ ਚੰਗਾ ਲੱਗਦਾ ਇਹ ਸਾਡੇ ਵਾਸਤੇ ਹੈ, ਸਾਡੇ ਸਮਾਜ ਦੀ ਦੇਣ ਹੈ, ਇਹ ਸਾਨੂੰ ਕਰਨਾ ਚਾਹੀਦਾ? ਕੀ ਇਹਦੇ ਨਾਲ ਸਾਡਾ ਜਿਹੜਾ ਪੂਰਾ ਸਾਲ ਹੈ ਉਹ ਬਾਕੀ ਫਾਦਰ ਡੇ, ਮਦਰ ਡੇ ਕੁਝ ਨਹੀਂ ਹੈ ਉਹਦੇ ਵਿੱਚ? ਤੁਹਾਡੀ ਗੱਲ ਨੂੰ ਅੱਗੇ ਤੋਰ ਰਿਹਾ, ਜਿਹੜਾ ਮਾਂ ਦਿਵਸ ਹੈ ਨਾ ਜੀ, ਉਹ ਮਈ ਚ ਮਨਾਇਆ ਜਾਂਦਾ ਹੈ ਜੀ, ਜਿਹੜਾ ਪਿਤਾ ਦਿਵਸ ਹੈ ਉਹ ਜੂਨ ਚ ਮਨਾਇਆ ਜਾਂਦਾ ਹੈ, ਜਿਹੜਾ ਅੱਗੇ ਮਾਪੇ ਦਿਵਸ ਇਕੱਠਾ ਹੈ ਜੀ ਉਹ ਜੁਲਾਈ ਚ ਮਨਾਇਆ ਜਾਂਦਾ ਹੈ। ਅੱਛਾ ਜੀ। ਜਿਹੜਾ ਸੀਨੀਅਰ ਸਿਟੀਜ਼ਨ ਡੇ ਹੈ ਇਹ ਅਕਤੂਬਰ ਚ ਮਨਾਇਆ ਜਾਂਦਾ ਹੈ। ਪਰ ਇਹਦੀ ਜਗ੍ਹਾ ਤੇ ਇੱਕ ਚੀਜ਼ ਯਾਦ ਰੱਖ ਲਈਏ ਵੀ ਜਿਹੜਾ ਵੈਲੈਂਟਾਈਨ ਡੇ ਹੈ ਫਰਵਰੀ ਚ ਮਨਾਇਆ ਜਾਂਦਾ ਹੈ। ਜਿਹੜੀ ਪੀੜ੍ਹੀ ਹੈ ਸਾਡੀ ਉਹ 4-5 ਦਿਨ ਤਾਂ ਯਾਦ ਹੀ ਨਹੀਂ, ਉਹਨਾਂ ਦੇ ਯਾਦ ਤਾਂ ਵੈਲੈਂਟਾਈਨ ਡੇ ਹੈ ਫਰਵਰੀ ਵਾਲਾ, ਬਾਕੀ ਦੇ ਨਹੀਂ ਹਨ ਜਿਹੜੇ ਅਖੌਤੀ ਤੌਰ ਤੇ ਮਨਾਏ ਵੀ ਜਾਂਦੇ ਨੇ। ਬਿਲਕੁਲ ਇਹ ਦਿਨ ਸਿਰਫ ਇੱਕ ਦਿਨ ਵਾਸਤੇ ਮਨਾਏ ਜਾਂਦੇ ਨੇ, ਸਮਾਗਮ ਜਾ ਕਰਕੇ ਮਾਤਾ ਦੀ ਆ ਮਹੱਤਤਾ ਹੈ, ਪਿਤਾ ਦੀ ਆ ਮਹੱਤਤਾ ਹੈ, ਤੇ 4 ਤੀਰਥ ਨੇ, ਇਹਨਾਂ ਦੀ ਪੂਜਾ ਕਰੋ। ਉਹ ਪਰ ਉਸ ਵੇਲੇ ਲੈਕਚਰ ਹੋ ਜਾਂਦੇ ਨੇ, ਉਹ ਦਿਖਾਵੇ ਜਾਂਦੇ ਨੇ, ਪ੍ਰੈਕਟੀਕਲੀ ਉਹਨਾਂ ਤੇ ਅਮਲ ਨਹੀਂ ਹੋ ਰਿਹਾ। ਅਸਲੀ ਤਾਂ ਦਿਨ ਜਿਹੜੇ ਜੇ ਹੁਣ ਕਹਿੰਦੇ ਆ ਵੀ ਮਾਂ ਦੇ, ਜੇ ਉਸ ਦਿਨ ਯਾਦ ਕੀਤਾ ਜਾਂਦਾ ਹੈ ਵੀ ਮਾਂ ਦੇ 2 ਪੈਰ, ਪਿਤਾ ਦੇ 2 ਪੈਰ, 4 ਤੀਰਥ ਸਥਾਨ ਨੇ, ਘਰ ਚ ਤੀਰਥ ਸਥਾਨਾਂ ਤੇ ਜਾਣ ਦੀ ਲੋੜ ਨਹੀਂ, ਇਹ ਇੱਕ ਦਿਨ ਵਾਸਤੇ ਹੈ। ਗੱਲ ਮੁੱਕਦੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਆਪਣੇ ਜੀਵਨ ਨੂੰ ਸੌਖਾ ਕਿਵੇਂ ਕਰ ਸਕਦੇ ਨੇ, ਇਹ ਤੁਸੀਂ ਸਾਨੂੰ ਜ਼ਰੂਰ ਦੱਸ ਕੇ ਜਾਓ ਜਾਂਦੇ। ਦੇਖੋ ਫਿਰ ਤੁਸੀਂ ਬੜੇ ਗੰਭੀਰ ਪ੍ਰਸ਼ਨ ਕੀਤੇ ਨੇ ਸਾਰੇ। ਮੈਂ ਇੱਕ ਗੱਲ ਕਹਾਂਗਾ ਵੀ ਇੱਕ ਤੇ ਜੇ ਬਜ਼ੁਰਗ ਸੋਚਣ ਤਾਂ ਵੀ ਬੰਦਾ ਕੰਮ ਕਰਦਾ ਲੋਹਾ ਜੀ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ, ਵਾਹ ਜੀ ਵਾਹ, ਉਹਨੂੰ ਕਿਰਿਆਸ਼ੀਲ ਰਹੇ, ਸੰਘਰਸ਼ੀਲ ਰਹੇ ਹਰ ਵੇਲੇ। ਕਿਵੇਂ ਸੰਘਰਸ਼ੀਲ ਰਹੇ? ਮੈਂ ਇੱਥੇ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਰਿਹਾ ਵੀ ਫਰਜ਼ ਕਰੋ ਚੌਲ ਬਣਾ ਲਏ, ਚੌਲ ਬਣਾ ਕੇ ਅਸੀਂ ਕੌਲੀ ਚ ਪਾ ਲਏ ਜੀ, ਕੌਲੀ ਚ ਪਾ ਕੇ ਚੌਲ ਉੱਬਰ ਰਹੇ ਨੇ, ਭਾਫਾਂ ਛੱਡ ਰਹੇ ਨੇ, ਤੇ ਉਹਦੇ ਲਾਗੇ ਕੋਈ ਮੱਖੀ ਮੱਛਰ ਨਹੀਂ ਆਉਂਦਾ ਜਿੰਨੀ ਦੇਰ ਉਹ ਭਾਫਾਂ ਛੱਡਦੇ ਨੇ। ਜਦੋਂ ਚੌਲ ਠੰਡੇ ਹੋ ਗਏ, ਬੇਹੇ ਹੋ ਗਏ, ਉਹਦੇ ਲਾਗੇ ਮੱਖੀ ਮੱਛਰ ਆਉਣਗੇ ਜੀ। ਸਾਡਾ ਮਨੁੱਖੀ ਜੀਵਨ, ਖਾਸ ਤੌਰ ਤੇ ਮੈਂ ਬਜ਼ੁਰਗਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਜਿਵੇਂ ਚੌਲ ਭਾਫਾਂ ਛੱਡਦੇ ਨੇ, ਭਾਫਾਂ ਛੱਡਦੇ ਚੌਲਾਂ ਵਰਗੀ ਜ਼ਿੰਦਗੀ ਸਾਡੀ ਕਿਰਿਆਸ਼ੀਲ ਹੋਵੇ ਜੀ, ਤੇ ਬੁਢਾਪਾ ਤਾਂ ਆਏਗੀ ਨਹੀਂ ਸਾਡੇ ਕੋਲ, ਅਸੀਂ ਲੋਕਾਂ ਦੇ ਕੰਮਾਂ ਤੇ। ਇਸ ਗੱਲ ਨੂੰ ਮਤਲਬ ਦੂਸਰਾ ਮੈਂ ਗੱਲ ਕਹਾਂਗਾ ਵੀ ਉਹਨਾਂ ਦੇ ਅੰਦਰ ਇਹ ਸੋਚ ਹੋਵੇ ਕਿ ਮੇਰੇ ਮੌਲਾ मुझ पे इतना सा रहम कर दे, मेरी छोटी सी चादर को पैरों के बराबर कर दे। ਜਦੋਂ ਅਸੀਂ ਦੌੜਦੇ ਆ ਨਾ,
ਗੁਆਂਢੀ ਕੀ ਕੁਝ ਕਰ ਰਿਹਾ ਹੈ ਉਹਦੀ ਰੀਸ ਕਰਦੇ ਹਾਂ, ਹੋਰ ਕਰਦੇ ਹਾਂ, ਤੇ ਫਿਰ ਸਾਡੇ ਕੋਲੇ ਈਰਖਾ ਵੀ ਆਉਂਦੀ ਹੈ, ਸਾਡੇ ਕੋਲੇ ਲੋਭ ਵੀ ਆਉਂਦਾ ਹੈ, ਸਾਡੇ ਕੋਲੇ ਲਾਲਚ ਵੀ ਹੁੰਦਾ ਹੈ। ਜਦੋਂ ਬਜ਼ੁਰਗ ਸੰਜਮ ਕਰਨਾ ਸਿੱਖ ਲੈਣਗੇ, ਹੋਰਾਂ ਦੇ ਕੰਮ ਆਉਣ ਦੀ ਜਾਚ ਸਿੱਖ ਲੈਣਗੇ, ਇੱਕ ਜੀਵਨ ਹੈ ਸਾਡਾ ਨਿੱਜ ਤੋਂ ਨਿੱਜ ਦਾ, ਇੱਕ ਸਾਡਾ ਜੀਵਨ ਹੈ ਨਿੱਜ ਤੋਂ ਸਮੂਹ ਦਾ, ਨਿੱਜ ਤੋਂ ਸਮੂਹ ਦਾ ਜੀਵਨ ਹੋਵੇ। ਬਿਲਕੁਲ। ਔਰ ਕਹਿੰਦੇ ਨੇ ਕਿ ਜਿਹੜੇ ਤੀਰਥ ਨਾਵਣ ਚੱਲੇ ਉਹਨਾਂ ਦੇ ਘਰ ਤੀਰਥ ਹੈ, ਰਾਹਾਂ ਵਿੱਚ ਨਾ ਭਟਕੋ, ਘਰ ਵਿੱਚ ਰੱਬ ਦੀ ਸੀਰਤ ਹੈ। ਔਰ ਇਸ ਸੀਰਤ ਨੂੰ ਸਲਾਮ ਕਰੋ, ਇਹੀ ਸੀਰਤ ਜਿਹੜੀ ਹੈ ਸਾਡੇ ਕੰਮ ਆਉਣੀ ਆ, ਸਾਡੇ ਵਾਸਤੇ ਇਹ ਰੱਬ ਹੈ, ਇਸ ਦੀ ਪੂਜਾ ਕਰੋ। ਜੀ ਤੁਸੀਂ ਬਹੁਤ ਸੋਹਣੀ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ। ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜੇ ਬੱਚੇ ਆ ਉਹ ਬਜ਼ੁਰਗਾਂ ਦਾ ਸਨਮਾਨ ਕਰਨਾ ਸ਼ੁਰੂ ਕਰ ਦੇਣਗੇ, ਕਿਉਂਕਿ ਇੰਨਾ ਵਧੀਆ ਤੁਸੀਂ ਗੱਲਬਾਤ ਕੀਤੀ ਆ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਤੁਹਾਡਾ ਵੀ ਸ਼ੁਕਰੀਆ ਜੀ।